कवन कवन गुण कह कह गावा। तू साहिब गुनी निधाना। तुमरी महिमा बरन न सको। तू ठाकुर ऊच भगवाना। ज्यों बुलावे त्यों बोले स्वामी। कुदरत कवन हमारी। साध संग नानक जस गायो। जो प्रभ की आत प्यारी। जिता जियो पिंड सब तेरा। तू अंतर जामी पुरख भगवान। दासन दास कह जन नानक। जेहा तू कराए तेहा हो करी बख्यान। सुखाओ होटल गुर सेविय। ऐनस सहज सुभाय। दर्शन परसिय गुरु कै। जन्म मरण दुख जाय। होवै सिफत खसामदि। नूर अरसों कुरसों चटिया। तुद डिठे सच्चे पातशाह। मल जन्म जन्म दी कटिया। तुद डिठे सच्चे पातशाह। मल जन्म जन्म दी कटिया। सतनाम श्री वाहिगुरु साहिब जीओ। सूही महला पहला। घर सतवां। एक ओंकार सतगुर प्रसाद। जोग ना खिंता जोग ना डंडा। जोग ना पसम चढ़ाइया। जोग ना मुंदी मूंड मुंडाइया। जोग ना सिंकी वाइया। अंजन माहिन रंजन रैया। जोग जुगत एव पाइया। गली जोग ना होई। एक दृष्ट कर संसर जाना। जोगी कहिया सोई। जोग ना खिंता जोग ना डंडा। जोग ना पसम चढ़ाइया। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। सतगुरां ने अमृत वेले दी दात बख्शी है। जो आप संगतां सतगुरां दे दरबार विच बैठ के अपने मनुखा जन्म की इस घड़ी नूं सब तो ज़्यादा सफला बना रहे। भावें कि आपां घर विच बैठ के नितनेम करते हैं, पर उस दे नालों भी ज़्यादा समा सफला संगत विच है जिथे गुरु का बचन सुनने वास्ते आपां गुरु दरबार विच बैठे। दुश्मन बहुते होण एक बंदे वास्ते जितने औखे ने। बहुते दुश्मनां नूं जितन वास्ते बहुते मित्रां दी भी लोड़ पैंदी है। साडे बहुते दुश्मन ने काम क्रोध लोभ मोह हंकार।
ਉਹਨਾਂ ਨੂੰ ਜਿੱਤਣ ਵਾਸਤੇ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਨਾ ਆਪਣੇ ਘਰ ਵਿੱਚ ਨਿਤਨੇਮ ਕਰਦੇ, ਤੇ ਜਿੱਤਣਾ ਔਖਾ ਹੈ। ਕਦੇ ਕੋਈ ਵਕਾਰ ਜ਼ੋਰ ਪਾ ਲੈਂਦਾ, ਕਦੇ ਕੋਈ ਵਕਾਰ ਜ਼ੋਰ ਪਾਉਂਦਾ। ਪਰ ਜਦੋਂ ਅਸੀਂ ਸਤ ਸੰਗਤ ਵਿੱਚ ਆ ਜਾਂਦੇ, ਇੱਥੇ ਸਮੂਹ ਹੋ ਜਾਂਦਾ, ਮਿੱਤਰ ਮਿਲ ਜਾਂਦੇ, ਸੰਗਤ ਮਿਲ ਜਾਂਦੀ। ਇਹ ਸੰਗਤ ਦੀ ਮਦਦ ਦੇ ਨਾਲ ਫਿਰ ਉਹਨਾਂ ਬਹੁਤੇ ਦੁਸ਼ਮਣਾਂ ਨੂੰ ਵੀ ਜਿੱਤਿਆ ਜਾ ਸਕਦਾ ਹੈ। ਐਸੀ ਇਹ ਦਾਤ ਮਹਾਰਾਜ ਜੀ ਨੇ ਸੰਗਤ ਦੀ ਬਖਸ਼ੀ ਹੈ। ਅੰਮ੍ਰਿਤ ਵੇਲੇ ਦਾ ਉਪਦੇਸ਼ ਪ੍ਰਾਪਤ ਹੋ ਰਿਹਾ ਹੈ। ਆਓ ਮਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪਹਿਲਾ ਘਰ ਸਤਵਾਂ। ਸੋਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਸਤਵੇਂ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਜਿਹੜੇ ਰਾਗ ਦੇ ਗਵਈਏ ਨੇ, ਰਾਗ ਪੜ੍ਹਨ ਵਾਲੇ, ਉਹਨਾਂ ਨੂੰ ਹੁਕਮ ਹੈ ਮਹਾਰਾਜ ਜੀ ਦਾ ਵੀ ਇਸ ਰਾਗ ਨੂੰ ਸਤਵੇਂ ਸੁਰ ਤਾਲ ਦੇ ਅੰਦਰ ਗਾਉਣਾ ਹੈ। ਸੋ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਨਾਮ ਹੈ ਪ੍ਰਮਾਤਮਾ ਦਾ, ਨਿਰੰਕਾਰ ਦਾ। ਕਹਿਣ ਲੱਗੇ ਉਹ ਜੋ ਨਿਰੰਕਾਰ ਹੈ, ਪਰਮੇਸ਼ਰ ਹੈ, ਜਿਸ ਨੂੰ ਗੋਡ ਕਿਹਾ ਜਾਂਦਾ, ਖੁਦਾ ਕਿਹਾ ਜਾਂਦਾ, ਪਰਮੇਸ਼ਰ ਕਿਹਾ ਜਾਂਦਾ, ਅੱਲਾ ਕਿਹਾ ਜਾਂਦਾ, ਉਹ ਇੱਕ ਹੈ, ਉਹਦੇ ਵਰਗਾ ਦੂਜਾ ਨਹੀਂ ਕੋਈ। ਇੱਕ ਓੰਕਾਰ, ਓੰਕਾਰ ਪ੍ਰਮਾਤਮਾ ਇੱਕ ਹੈ। ਉਸ ਇੱਕ ਦੀ ਪ੍ਰਾਪਤੀ ਜੇ ਤੂੰ ਕਰਨੀ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਪ੍ਰਸੰਨਤਾ ਦੇ ਨਾਲ, ਗੁਰੂ ਤਰਸ ਕਰੇਗਾ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਜੋਗ ਨਾ ਖਿੰਥਾ ਜੋਗ ਨਾ ਡੰਡਾ। ਸਤਿਗੁਰਾਂ ਦੇ ਕੋਲ ਇੱਕ ਜੋਗੀ ਆ ਗਿਆ, ਕਹਿਣ ਲੱਗਾ ਮਹਾਰਾਜ ਆਪ ਜੀ ਯੋਗ ਸਾਧਨਾ ਧਾਰਨ ਕਰੋ, ਜੋਗੀ ਬਣ ਜਾਓ। ਜਦੋਂ ਕਿਸੇ ਵਿਅਕਤੀ ਦੀ ਦੁਨੀਆ ਵਿੱਚ ਜਾਣ ਪਛਾਣ ਬਣਦੀ ਹੈ ਨਾ, ਸਾਰੇ ਉਹਨੂੰ ਆਪਣੀ ਤਰਫ ਖਿੱਚਣ ਦਾ ਯਤਨ ਕਰਦੇ ਵੀ ਇਹ ਸਾਡੇ ਮਹਿਕਮੇ ਵਿੱਚ ਆ ਜਾਵੇ, ਸਾਡੇ ਸਮੁਦਾਇ ਦੇ ਵਿੱਚ ਆ ਜਾਏ, ਤਾਂ ਕਿ ਇਹ ਬੰਦਾ ਮਸ਼ਹੂਰ ਹੋ ਰਿਹਾ ਹੈ, ਇਹਦੀ ਮਸ਼ਹੂਰੀ ਨਾਲ ਸਾਡੀ ਮਸ਼ਹੂਰੀ ਹੋ ਜਾਏਗੀ। ਜਦੋਂ ਸਤਿਗੁਰਾਂ ਦਾ ਪ੍ਰਤਾਪ ਇਸ ਦੁਨੀਆ 'ਤੇ ਫੈਲਿਆ ਨਾ, ਤੇ ਜੋਗੀਆਂ ਨੇ ਸੋਚਿਆ ਵੀ ਇਹਨਾਂ ਨੂੰ ਆਪਣੀ ਤਰਫ ਲੈ ਕੇ ਆਈਏ। ਅਸੀਂ ਆਖਾਂਗੇ ਵੀ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਮਹਾਰਾਜ ਜੋ ਨੇ, ਜਿਨ੍ਹਾਂ ਨੂੰ ਨਾਨਕ ਤਪਾ ਕਿਹਾ ਜਾਂਦਾ ਹੈ, ਵੀ ਉਹ ਸਾਡੇ ਵਿੱਚੋਂ ਹੀ ਨਿਕਲੇ ਨੇ, ਸਾਡਾ ਪ੍ਰਤਾਪ ਵਧੇਗਾ। ਐਸੀ ਮਨਸ਼ਾ ਸੋਚ ਕੇ ਇੱਕ ਜੋਗੀ ਆ ਗਿਆ, ਕਹਿਣ ਲੱਗਾ ਮਹਾਰਾਜ ਆਪ ਜੀ ਯੋਗ ਸਾਧਨਾ ਧਾਰਨ ਕਰ ਲਵੋ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਗੱਲੀ ਜੋਗ ਨਾ ਹੋਈ। ਐ ਜੋਗੀ ਜੀ, ਜੇ ਆਪਾਂ ਇਹ ਗੱਲ ਕਰੀਏ ਨਾ ਵੀ ਗੱਲਾਂ ਕਰਨ ਦੇ ਨਾਲ ਜੋਗੀ ਬਣ ਜਾਵਾਂਗੇ, ਤੇ ਗੱਲਾਂ ਕੀਤਿਆਂ ਜੋਗੀ ਨਹੀਂ ਬਣੀਦਾ ਹੈ। ਜੋਗੀ ਤੋਂ ਭਾਵ ਹੈ ਜੁੜਨ ਵਾਲਾ, ਜਿਹੜਾ ਰੱਬ ਨਾਲ ਜੁੜਿਆ ਹੈ, ਗੱਲਾਂ ਨਾਲ ਥੋੜ੍ਹੀ ਜੁੜਿਆ ਜਾਵੇਗਾ। ਇੱਕ ਫਿਰੇ ਇੱਕ ਹਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਘਨੇਰੇ ਤੁਰੇ ਫਿਰਦੇ, ਬਹੁਤੇ ਤੁਰੇ ਫਿਰਦੇ ਸੰਸਾਰ ਵਿੱਚ, ਜਿਹੜੇ ਇਹ ਗੱਲ ਕਹਿੰਦੇ ਰੱਬ ਇਸ ਤਰ੍ਹਾਂ ਪਾਈਦਾ, ਰੱਬ ਇਸ ਤਰ੍ਹਾਂ ਪਾਈਦਾ, ਪਰ ਮਹਾਰਾਜ ਕਹਿਣ ਲੱਗੇ ਉਹ ਕਹਿਣ ਵਾਲੇ ਕਹਿਣ ਤੱਕ ਹੀ ਸੀਮਤ ਨੇ, ਕਹਿ ਕੇ ਕਿਸੇ ਨੇ ਰੱਬ ਨੂੰ ਨਹੀਂ ਪਾਇਆ। ਗੱਲਾਂ ਦੇ ਨਾਲ ਨਹੀਂ ਉਹ ਮਿਲਦਾ ਹੈ। ਇਹ ਜੋਗੀ ਦਾ ਵੀ ਸਵਾਲ ਹੈ, ਮਹਾਰਾਜ ਆਪ ਜੀ ਯੋਗ ਸਾਧਨਾ ਧਾਰਨ ਕਰ ਲਵੋ। ਤੇ ਮਹਾਰਾਜ ਕਹਿਣ ਲੱਗੇ ਗੱਲਾਂ ਨਾਲ ਜੋਗੀ ਨਹੀਂ ਬਣਿਆ ਜਾਂਦਾ, ਗੱਲਾਂ ਨਾਲ ਜੁੜਿਆ ਨਹੀਂ ਜਾਂਦਾ। ਇਹ ਸ਼ਬਦ ਨੂੰ ਬਖਸ਼ਦੇ ਹਨ। ਜੋਗ ਨਾ ਖਿੰਥਾ ਜੋਗ ਨਾ ਡੰਡਾ। ਉਹ ਖਿੰਥਾ ਇੱਕ ਤਰ੍ਹਾਂ ਦਾ ਚੋਲਾ ਹੈ, ਖੁੱਲਾ ਜਿਹਾ ਚੋਲਾ ਗਲ ਵਿੱਚ ਪਾਇਆ, ਜਿਹਨੂੰ ਜੇਬਾਂ ਨਹੀਂ ਲੱਗੀਆਂ ਹੋਈਆਂ, ਖੀਸਾ ਨਹੀਂ ਲੱਗਾ ਪੈਸੇ ਪਾਉਣ ਵਾਸਤੇ।
ਜਿਵੇਂ ਅਸੀਂ ਸੂਟ ਕੱਪੜਾ ਕੋਈ ਪਾਉਂਦੇ ਆ ਨਾ, ਉਹਦੇ ਉੱਪਰ ਕਈ ਤਰ੍ਹਾਂ ਦੀ ਕਢਾਈ ਕਰਵਾ ਲੈਂਦੇ ਆ, ਜਾਂ ਕਈ ਤਰ੍ਹਾਂ ਦਾ ਉਹਦਾ ਸਿਲਾਈ ਕਰਾਉਂਦੇ ਆ ਵੀ ਸੋਹਣਾ ਲੱਗੇ। ਇਹ ਜਿਹੜੀ ਖਿੰਥਾ ਹੁੰਦੀ ਹੈ, ਇਹਨੂੰ ਕਾਲਰ ਵਗੈਰਾ ਵੀ ਨਹੀਂ ਲੱਗਾ ਹੁੰਦਾ, ਸਿੱਧਾ ਗੋਲ ਜਿਹਾ ਕੱਟਿਆ ਹੋਇਆ ਕੱਪੜਾ, ਤੇ ਗੋਲ ਕੱਪੜਾ ਕੱਟ ਕੇ ਉੱਤੇ ਸੀਨ ਲਾਈ ਹੋਈ ਹੈ, ਕਾਲਰ ਵੀ ਨਹੀਂ ਲੱਗਾ ਹੋਇਆ। ਬਾਹਾਂ ਦੇ ਕੱਫ ਵਗੈਰਾ ਵੀ ਨਹੀਂ ਹੁੰਦੇ, ਖੁੱਲੀਆਂ ਜੀਆਂ ਬਾਹਾਂ, ਅੱਗੋਂ ਉੱਦਾਂ ਹੀ ਖੁੱਲੀਆਂ ਛੱਡੀਆਂ ਹੋਈਆਂ, ਤੇ ਸੱਜੇ ਖੱਬੇ ਕੋਈ ਜੇਬ ਨਹੀਂ ਲੱਗੀ ਹੈ। ਇਸ ਤਰ੍ਹਾਂ ਦਾ ਕੱਪੜਾ ਜੋਗੀ ਪਾਉਂਦੇ ਨੇ। ਉਹਨਾਂ ਦੇ ਭਾਵ ਇਹ ਹੁੰਦਾ ਵੀ ਸਾਨੂੰ, ਅਸੀਂ ਮਾਇਆ ਤੋਂ ਨਿਰਲੇਪ ਹਾਂ, ਸਾਡੇ ਕੋਲ ਮਾਇਆ ਪਾਉਣ ਵਾਲੀ ਜੇਬ ਹੀ ਨਹੀਂ ਹੈਗੀ। ਤੇ ਕੱਪੜਾ ਅਸੀਂ ਇਸ ਤਰ੍ਹਾਂ ਦਾ ਤਾਂ ਪਾਇਆ ਵੀ ਅਸੀਂ ਦੁਨੀਆ ਦੇ ਫੈਸ਼ਨ ਤੋਂ ਪਰੇ ਹਾਂ, ਦੁਨੀਆ ਦਾ ਫੈਸ਼ਨ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਸਾਦੇ ਬਣ ਕੇ ਰਹਿੰਦੇ ਹਾਂ। ਉਹਨੂੰ ਕਿਹਾ ਜਾਂਦਾ ਖਿੰਥਾ। ਖਿੰਥਾ ਤੋਂ ਭਾਵ ਹੈ ਗੁਰਮੁਖੋ ਖਫਣੀ। ਇਹ ਜੋਗੀ ਪਾਉਂਦੇ ਗੱਲ ਦੇ ਵਿੱਚ। ਮਹਾਰਾਜ ਕਹਿਣ ਲੱਗੇ, ਇਹ ਜੋਗੀ ਜੀ ਖਫਣੀ ਪਾਉਣ ਦੇ ਨਾਲ ਥੋੜ੍ਹੀ ਜੋਗੀ ਬਣਿਆ ਜਾਂਦਾ। ਮੰਨ ਲਓ ਕਿ ਮੈਂ ਕਹਾਂ ਵੀ ਉਹ ਖਫਣੀ ਮੈਂ ਗਲ ਵਿੱਚ ਪਾ ਲਈਏ, ਆਪਾਂ ਸਾਰੇ ਲਿਆ ਕੇ ਪਾ ਲਈਏ, ਕੱਪੜਾ ਪਾਉਣ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ, ਇਹ ਬਣਦਾ ਭਰਮ ਹੈ। ਇਹ ਤਾਂ ਕੇਵਲ ਇਹ ਹੈ ਵੀ ਇਹ ਮੇਰਾ ਸਮੁਦਾਇ ਹੈ, ਮੈਂ ਭਗਵੇਂ ਰੰਗ ਦੀ ਖਫਣੀ ਪਾ ਲਈ ਗਲ ਵਿੱਚ, ਤੇ ਇਹ ਮੇਰਾ ਜੋਗੀਆਂ ਦਾ ਸਮੁਦਾਇ ਬਣ ਗਿਆ। ਉਹ ਤੇ ਇੱਕ ਰੰਗ ਨੂੰ ਅਸੀਂ ਆਪਣੇ ਨਾਲ ਜੋੜ ਲਿਆ ਵੀ ਜਿਹੜਾ ਇਸ ਰੰਗ ਦੇ ਕੱਪੜੇ ਪਾਵੇਗਾ ਉਹ ਸਾਡਾ ਹੈ, ਜਿਹੜਾ ਦੂਜੇ ਰੰਗ ਦੇ ਪਾਵੇਗਾ ਦੂਜਾ ਹੈ। ਪਰ ਰੱਬ ਨੂੰ ਕੱਪੜੇ ਦੇ ਨਾਲ ਜਾਂ ਰੰਗ ਦੇ ਨਾਲ ਨਹੀਂ ਵੰਡਿਆ ਜਾ ਸਕਦਾ। ਜੋਗ ਨਾ ਖਿੰਥਾ। ਇਹ ਖਿੰਥਾ ਕਹੀਏ ਖਫਣੀ ਜਿਹੜੀ ਗਲ ਵਿੱਚ ਪਾਈ ਦੀ ਹੈ, ਖੁੱਲ੍ਹਾ ਜਿਹਾ ਇੱਕ ਬਸਤਰ, ਇਹ ਪਾਉਣ ਦੇ ਨਾਲ ਜੋਗੀ ਸਾਹਿਬ ਜੀ ਜੋਗੀ ਨਹੀਂ ਬਣੀਦਾ, ਇਹ ਤੇਰੇ ਮਨ ਦਾ ਭਰਮ ਹੈ। ਮੰਨ ਲਓ ਕਿ ਹੁਣ ਆਪਾਂ ਉਹ ਜੋਗੀ ਵਾਲੀ ਖਫਣੀ ਪਾ ਲਈਏ, ਜਾਂ ਚੋਲਾ ਪਾ ਲਈਏ, ਨੀਲਾ ਪਾ ਲਈਏ, ਕਾਲਾ ਪਾ ਲਈਏ, ਪੰਡਤ ਦੇ ਵਾਂਗ ਧੋਤੀ ਬੰਨ੍ਹ ਲਈਏ, ਪਰ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਉਹ ਬਣ ਥੋੜ੍ਹੀ ਜਾਵਾਂਗੇ। ਇਹ ਤਾਂ ਬਾਹਰ ਦਾ ਇੱਕ ਦਿਖਾਵਾ ਹੈ, ਇਹ ਤਾਂ ਬਾਹਰ ਦੇ ਚਿੰਨ੍ਹ ਨੇ ਵੀ ਇਹ ਬੰਦਾ ਧਾਰਮਿਕ ਹੈ, ਕਿਸੇ ਸਮੁਦਾਇ ਨਾਲ ਜੁੜਿਆ ਹੈ। ਪਰ ਉਹ ਖਫਣੀ ਪਾਉਣ ਦੇ ਨਾਲ ਤੂੰ ਇਹ ਸੋਚੇ ਵੀ ਤੇਰਾ ਮਨ ਰੱਬ ਨਾਲ ਜੁੜ ਜਾਏਗਾ, ਇਸ ਤਰ੍ਹਾਂ ਨਹੀਂ ਹੋ ਜੁੜਨਾ। ਕੱਪੜੇ ਨੇ ਤੇਰਾ ਮਨ ਪਰਮਾਤਮਾ ਨਾਲ ਨਹੀਂ ਜੋੜਨਾ ਹੈ। ਬਖਸ਼ਿਸ਼ ਕਰਦੇ ਹਨ। ਜੋਗ ਨਾ ਖਿੰਥਾ ਜੋਗ ਨਾ ਡੰਡਾ। ਕੋ ਦੂਜਾ ਬਚਨ ਮਹਾਰਾਜ ਕਹਿੰਦੇ ਵੀ ਹੱਥ ਵਿੱਚ ਡੰਡਾ ਫੜਨ ਦੇ ਨਾਲ ਵੀ ਜੋਗੀ ਨਹੀਂ ਕੋਈ ਬਣ ਜਾਂਦਾ। ਜੋਗੀਆਂ ਦੇ ਹੱਥ ਵਿੱਚ ਡੰਡਾ ਹੁੰਦਾ ਨਾ, ਵੀ ਕੁੱਤਾ ਕਾਤਾ ਕੋਈ ਮਗਰ ਲੱਗ ਜਾਵੇ ਤੇ ਉਹ ਕੁੱਤੇ ਨੂੰ ਭਜਾਉਣ ਵਾਸਤੇ, ਜਾਂ ਕਈ ਵਾਰੀ ਜੋਗੀ ਕੋਈ ਪਿੰਡ ਵਿੱਚ ਆ ਜਾਵੇ, ਮਗਰ ਜਵਾਕ ਬੱਚੇ ਲੱਗ ਜਾਂਦੇ, ਮਗਰ ਰੌਲਾ ਪਾਉਂਦੇ, ਤੰਗ ਕਰਦੇ, ਉਹਨਾਂ ਨੂੰ ਡਰਾਉਣ ਵਾਸਤੇ ਜੋਗੀ ਲੋਕ ਹੱਥ ਵਿੱਚ ਡੰਡਾ ਫੜਦੇ। ਪਰ ਮਹਾਰਾਜ ਕਹਿਣ ਲੱਗੇ ਵੀ ਜੀ ਹੁਣ ਆਪਾਂ ਸਾਰੇ ਡੰਡਾ ਫੜ ਲਈਏ ਤੇ ਡੰਡਾ ਫੜਿਆ ਥੋੜ੍ਹੀ ਜੋਗੀ ਬਣਿਆ ਜਾਂਦਾ। ਨਾ ਹੱਥ ਵਿੱਚ ਡੰਡਾ ਫੜਿਆ ਰੱਬ ਦੇ ਨਾਲ ਬਿਰਤੀ ਜੁੜਨੀ ਹੈ। ਬਿਰਤੀ ਨਹੀਂ ਇਸ ਤਰ੍ਹਾਂ ਜੁੜਨੀ। ਜੋਗੀ ਨਾਮ ਹੈ ਜੁੜਨ ਵਾਲੇ ਦਾ। ਜੋਗੀ ਦੀ ਜੇ ਆਪਾਂ ਅਖਰੀ ਅਰਥ ਕਰਾਂਗੇ ਨਾ ਵੀ ਜੋਗੀ ਕਿਹਨੂੰ ਕਹਿੰਦੇ, ਜੋਗੀ ਤੋਂ ਮਤਲਬ ਹੁੰਦਾ ਜਿਹੜਾ ਜੁੜਿਆ ਹੋਇਆ ਰੱਬ ਦੇ ਨਾਲ। ਪਰ ਮਹਾਰਾਜ ਕਹਿੰਦੇ ਵੀ ਹੱਥ ਵਿੱਚ ਡੰਡਾ ਫੜਿਆ ਥੋੜ੍ਹੀ ਰੱਬ ਨਾਲ ਜੁੜੇਗਾ। ਆ ਜਿਹੜੇ ਮੱਝਾਂ ਗਾਵਾਂ ਚਾਰਨ ਵਾਲੇ ਦਰਿਆਵਾਂ ਤੇ ਗੁਜ਼ਰ ਨੇ, ਉਹਨਾਂ ਦੇ ਹੱਥ ਵਿੱਚ ਹਮੇਸ਼ਾ ਹੀ ਡੰਡਾ ਰਹਿੰਦਾ, ਪਰ ਉਹ ਡੰਡਾ ਫੜ ਕੇ ਰੱਬ ਨਾਲ ਥੋੜ੍ਹੀ ਉਹ ਜੁੜ ਗਏ ਨੇ। ਜਾਂ ਇਹ ਖਫਣੀ ਪਾਉਣ ਦੇ ਨਾਲ ਨਹੀਂ ਰੱਬ ਨਾਲ ਜੁੜੀਦਾ ਹੈ। ਇਹ ਤੇ ਬਾਹਰਲੇ ਚਿੰਨ੍ਹ ਨੇ, ਜਿੰਨੇ ਮਰਜ਼ੀ ਕੋਈ ਬਣਾ ਲਵੇ, ਇਸ ਤਰ੍ਹਾਂ ਕਰਕੇ ਰੱਬ ਨਹੀਂ ਮਿਲਦਾ ਹੈ। ਜੋਗ ਨਾ ਭਸਮ ਚੜਾਈਆ। ਭਸਮ ਕਹਿੰਦੇ ਸਵਾਹ। ਜੋਗੀ ਨਾ ਚਿੱਟੇ ਰੰਗ ਦੀ ਸਵਾਹ ਮਲਦੇ ਆਪਣੇ ਪਿੰਡੇ ਦੇ ਉੱਪਰ। ਪਰ ਮਹਾਰਾਜ ਕਹਿਣ ਲੱਗੇ ਵੀ ਇਹ ਜੋਗੀਓ ਸਵਾਹ ਮਲਣ ਦੇ ਨਾਲ ਥੋੜ੍ਹੀ ਰੱਬ ਮਿਲ ਜਾਂਦਾ। ਸਵਾਹ ਮਲਣ ਦਾ ਕਾਰਨ ਇਹ ਹੈ ਵੀ ਸਾਨੂੰ ਗਰਮੀ ਨਾ ਲੱਗੇ, ਸਾਡਾ ਪਸੀਨਾ ਠੰਡਾ ਹੋ ਜਾਵੇ, ਤੇ ਕੀੜੀ ਵਗੈਰਾ ਜਿਹੜੀ ਹੈ ਨਾ ਉਹ ਸਾਡੇ ਨੇੜੇ ਨਾ ਆਵੇ, ਕੀੜੀਆਂ ਨਾ ਸਾਨੂੰ ਕਿਤੇ ਬੈਠਿਆਂ ਲੜ ਜਾਣ। ਜੋਗੀ ਤਾਂ ਮਲਦੇ ਸਵਾਹ। ਕੋਈ ਚਿੱਟੇ ਰੰਗ ਦੀ ਮਲਦਾ, ਕੋਈ ਕਾਲੇ ਰੰਗ ਦੀ ਮਲਦਾ। ਪਰ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਗੁਰਮੁਖਾ ਸਵਾਹ ਮਲਣ ਦੇ ਨਾਲ ਥੋੜ੍ਹੀ ਜੋਗੀ ਬਣ ਜਾਈਦਾ। ਸਵਾਹ ਮਲਿਆ ਨਹੀਂ ਉਹ ਰੱਬ ਨਾਲ ਜੁੜਿਆ ਜਾਣਾ ਹੈ। ਗੁਰੂ ਨਾਨਕ ਦੇਵ ਦੇ ਬਚਨ ਨੇ, ਜੇ ਸਵਾਹ ਮਿਲ ਕੇ ਰੱਬ ਮਿਲਦਾ ਹੋਵੇ, ਰੱਬ ਨਾਲ ਜੁੜਿਆ ਜਾਵੇ, ਤੇ ਸਾਰੀ ਦੁਨੀਆ ਸਵਾਹ ਹੀ ਕਿਉਂ ਨਾ ਮਲ ਲਵੇ। ਨਹੀਂ, ਜੋਗ ਨਾ ਭਸਮ। ਭਸਮ ਕਹਿੰਦੇ ਸਵਾਹ। ਕਹਿੰਦੇ ਵੀ ਭਾਈ ਇਹ ਜੋਗ ਤੇਰੇ ਕੋਲੋਂ ਜੁੜਿਆ ਨਹੀਂ ਜਾਣਾ ਭਸਮ ਚੜਾਉਣ ਦੇ ਨਾਲ, ਇਹ ਤੇਰੇ ਮਨ ਦਾ ਭਰਮ ਹੈ।
ਜੋਗੀ ਆ ਗਿਆ ਨਾ ਗੁਰੂ ਨਾਨਕ ਦੇਵ ਦੇ ਕੋਲ, ਕਹਿੰਦਾ ਜੀ ਤੁਸੀਂ ਵੀ ਜੋਗੀ ਬਣੋ। ਤੇ ਮਹਾਰਾਜ ਕਹਿੰਦੇ ਵੀ ਤੂੰ ਬਣਿਆ? ਕਹਿੰਦਾ ਵੇਖੋ ਮੈਂ ਖਪਣੀ ਪਾਈ, ਡੰਡਾ ਫੜਿਆ, ਸਵਾਹ ਲਾਈ ਪਿੰਡੇ ਦੇ ਉੱਪਰ, ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾਂ ਪਾਈਆਂ, ਵੇਖੋ ਮੈਂ ਸਾਰਾ ਕੁਝ ਹੀ ਕੀਤਾ ਹੋਇਆ। ਸਤਿਗੁਰੂ ਕਹਿੰਦੇ ਵੀ ਇਸ ਤਰ੍ਹਾਂ ਥੋੜ੍ਹੀ ਜੋਗੀ ਬਣੀਦਾ, ਇਸ ਤਰ੍ਹਾਂ ਨਹੀਂ ਜੋਗੀ ਬਣਿਆ ਜਾਂਦਾ। ਜੋਗ ਨਾ ਭਸਮ ਚੜਾਈਐ, ਇਸ ਸਰੀਰ ਦੇ ਉੱਪਰ ਸਵਾਹ ਮਲਿਆ ਵੀ ਕੋਈ ਜੋਗੀ ਨਹੀਂ ਬਣਦਾ ਹੈ। ਜੋਗ ਨਾ ਮੁੰਦੀ ਮੂੰਡ ਮੰਡਾਈਐ। ਦੇਖੋ ਮੁੰਦੀ ਨਾਮ ਮੁੰਦਰਾਂ ਦਾ ਹੈ। ਜੋਗੀ ਲੋਕ ਨਾ ਕੰਨ ਦੇ ਵਿੱਚ ਬਲੌਰ ਦੀਆਂ ਮੁੰਦਰਾਂ ਪਾਉਂਦੇ, ਚਿੱਟੇ ਜਿਹੇ ਰੰਗ ਦਾ ਇੱਕ ਕੱਚ ਹੁੰਦਾ ਹੈ, ਉਹਦੀਆਂ ਮੁੰਦਰਾਂ ਕੰਨ ਵਿੱਚ ਪਾਉਂਦੇ। ਉਹ ਇੱਕ ਨਿਸ਼ਾਨੀ ਹੈ ਵੀ ਇਹ ਬੰਦਾ ਕਿਸੇ ਟਾਈਮ ਜੋਗੀ ਬਣਿਆ ਸੀ। ਪਹਿਲਾਂ ਕੀ ਹੁੰਦਾ ਸੀ ਕਿ ਗੋਰਖਨਾਥ ਦਾ ਪ੍ਰਭਾਵ ਜਦੋਂ ਪੈਂਦਾ ਨਾ ਲੋਕਾਂ ਤੇ, ਗੋਰਖਨਾਥ ਨਾਮ ਦਾ ਇੱਕ ਜੋਗੀ ਹੋਇਆ, ਇਸ ਨੂੰ ਅਵਤਾਰ ਮੰਨਿਆ ਜਾਂਦਾ ਭਗਵਾਨ ਸ਼ਿਵ ਜੀ ਦਾ। ਕਹਿਣ ਲੱਗੇ ਵੀ ਇਹਦਾ ਪ੍ਰਭਾਵ ਮੰਨ ਕੇ ਨਾ ਕਈ ਰਾਜੇ ਜਾਂ ਕਈ ਜਿਹੜੇ ਉਸ ਵੇਲੇ ਦੇ ਜਗੀਰਦਾਰ ਸਨ ਜਾਂ ਜਿਹੜੇ ਰਹੀਸ ਲੋਕ ਅਮੀਰ ਸਨ, ਉਹਨਾਂ ਨੇ ਆਖਿਆ ਵੀ ਸਾਨੂੰ ਵੀ ਜੋਗੀ ਬਣਾ ਦਿਓ ਗੋਰਖਨਾਥ ਜੀ। ਗੋਰਖਨਾਥ ਨੇ ਆਖਿਆ ਵੀ ਆ ਜਾਓ ਮੇਰੇ ਮੱਤ ਵਿੱਚ ਰਲ ਜਾਓ, ਤੁਸੀਂ ਜੋਗੀ ਬਣ ਗਏ। ਜਦੋਂ ਉਹਨਾਂ ਨੇ 2-4 ਮਹੀਨੇ ਰਹਿਣਾ ਗੋਰਖਨਾਥ ਦੇ ਨਾਲ, ਤੇ ਉਹਨਾਂ ਨੇ ਵੇਖਣਾ ਵੀ ਇਹ ਤਾਂ ਯਾਰ ਘਰਾਂ ਘਰਾਂ 'ਚੋਂ ਮੰਗ ਕੇ ਰੋਟੀ ਖਾਣੀ ਪੈਂਦੀ ਹੈ। ਅਸੀਂ ਕਿੱਥੇ ਜਗੀਰਾਂ ਦੇ ਮਾਲਕ ਸੀ, ਕਿੱਥੇ ਅਸੀਂ ਸ਼ਾਹੂਕਾਰ ਸੀ, ਕਿੱਥੇ ਅਸੀਂ ਰਾਜੇ ਰਜਵਾੜੇ ਸੀ, ਬੜੀ ਸੁੱਖ ਦੀ ਜ਼ਿੰਦਗੀ ਸੀ, ਤੇ ਆਪਣਾ ਘਰੇ ਬੈਠ ਕੇ ਵੀ ਰੱਬ ਰੱਬ ਅਸੀਂ ਕਰ ਲੈਂਦੇ ਸੀ। ਹੁਣ ਅਸੀਂ ਜੋਗੀ ਬਣ ਗਏ ਹਾਂ, ਸਾਨੂੰ ਮੰਗ ਕੇ ਖਾਣਾ ਪੈਂਦਾ, ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ, ਔਰ ਰੱਬ ਰੱਬ ਵੀ ਇੰਨਾ ਨਹੀਂ ਹੁੰਦਾ, ਔਰ ਮਨ ਵੀ ਨਹੀਂ ਜੁੜਦਾ ਹੈ। ਉਹਨਾਂ ਲੋਕਾਂ ਨੇ ਕੀ ਕਰਨਾ ਵੀ 2-4 ਮਹੀਨੇ ਰਹਿ ਕੇ ਤੇ ਮੁੜ ਕੇ ਉਹਨਾਂ ਨੇ ਗੋਰਖਨਾਥ ਨੂੰ ਛੱਡ ਕੇ ਤੇ ਆਪਣੇ ਘਰੇ ਚਲੇ ਜਾਣਾ ਵੀ ਅਸੀਂ ਨਹੀਂ ਜੋਗੀ ਬਣਦੇ, ਤੇ ਕੁਝ ਵੀ ਨਹੀਂ ਹੈ, ਵਿਖਾਵਾ ਕੁਝ ਹੋਰ ਹੈ ਪਰ ਅੰਦਰ ਕੁਝ ਹੋਰ ਹੈ। ਫਿਰ ਗੋਰਖਨਾਥ ਨੇ ਸੋਚਿਆ ਵੀ ਇਹ ਤੇ ਮੈਂ ਰੋਜ਼ ਚੇਲੇ ਨਵੇਂ ਨਵੇਂ ਬਣਾਵਾਂ ਕਰਾਂਗਾ ਤੇ ਭੱਜ ਜਾਣ ਕਰਨਗੇ, ਤੇ ਇਹ ਤੇ ਕੰਮ ਨਹੀਂ ਚੱਲੇਗਾ। ਮੈਂ ਕੋਈ ਇਹੋ ਜਿਹਾ ਕੰਮ ਕਰਾਂ ਵੀ ਇਹ ਘਰ ਹੀ ਨਾ ਜਾ ਸਕਣ, ਇਹਨਾਂ ਨੂੰ ਮਜਬੂਰੀ ਵਸ ਮੇਰੇ ਕੋਲ ਹੀ ਰਹਿਣਾ ਪਵੇ। ਤੇ ਫਿਰ ਉਸ ਗੋਰਖਨਾਥ ਨੇ ਆਖਿਆ, ਕਹਿਣ ਲੱਗਾ ਵੀ ਜੋਗੀ ਉਹ ਬਣੇਗਾ ਜਿਹੜਾ ਕੰਨ ਪਾੜ ਕੇ ਤੇ ਕੰਨ ਦੇ ਵਿੱਚ ਬਲੌਰ ਦੀਆਂ ਮੁੰਦਰਾਂ ਪਾਵੇਗਾ। ਹੁਣ ਕੰਨ ਦੇ ਵਿੱਚ ਇੱਕ ਵਾਰੀ ਛੇਦ ਹੋ ਜਾਵੇ ਨਾ, ਤੇ ਉਹ ਛੇਦ ਦੀ ਨਿਸ਼ਾਨੀ ਸਦਾ ਹੀ ਰਹਿੰਦੀ ਹੈ। ਬੀਬੀਆਂ ਦੇ ਕੰਨ ਵਿੰਨੇ ਜਾਂਦੇ ਨੇ, ਉਹ ਤੇ ਬਰੀਕ ਜੀ ਕਿਸੇ ਸੂਈ ਦੇ ਨਾਲ ਵਿੰਨਦੇ ਤੇ ਨਿੱਕਾ ਜਿਹਾ ਗਹਿਣਾ ਪਾਉਣਾ ਹੁੰਦਾ, ਪਰ ਜੋਗੀਆਂ ਦਾ ਕੰਨ ਜਦੋਂ ਵਿੰਨਿਆ ਜਾਂਦਾ ਵਿੱਚ ਮੋਰੀ ਕੱਢ ਦਿੰਦੇ ਚੰਗੀ ਵੱਡੀ, ਜਿਹੜੀ ਕਦੇ ਆਪਸ ਵਿੱਚ ਮਿਲ ਵੀ ਨਾ ਸਕੇ, ਬੰਦ ਵੀ ਨਾ ਹੋ ਸਕੇ। ਉਹਦੇ ਵਿੱਚ ਫਿਰ ਬਲੌਰ ਦੀਆਂ ਮੁੰਦਰਾਂ ਪਾਈਆਂ ਜਾਂਦੀਆਂ। ਉਹ ਕਾਰਨ ਪਾੜਨ ਦਾ ਕਾਰਨ ਇਹ ਸੀ ਵੀ ਜਿਹੜਾ ਜੋਗੀ ਬਣੇਗਾ ਉਹਨੂੰ ਬਲੌਰ ਦੀ ਮੁੰਦਰ ਪਾਉਣੀ ਪਵੇਗੀ। ਮੁੰਦਰਾ ਵੀ ਇਹ ਇੱਕ ਵਾਰੀ ਜੇ ਇਹਨੇ ਮੁੰਦਰਾ ਪਾ ਲਈਆਂ, ਮੇਰਾ ਬਣ ਗਿਆ ਚੇਲਾ। ਬਾਅਦ ਵਿੱਚ ਜਦੋਂ ਇਹ ਮੈਨੂੰ ਛੱਡ ਕੇ ਆਪਣੇ ਘਰੇ ਜਾਵੇਗਾ, ਲੋਕ ਇਹਦਾ ਪਾਟਾ ਹੋਇਆ ਕੰਨ ਵੇਖਣਗੇ ਤੇ ਲੋਕੀ ਆਖਣਗੇ ਤੂੰ ਤੇ ਜੋਗੀ ਬਣਿਆ ਸੀ, ਹੁਣ ਤੈਨੂੰ ਕੀ ਹੋ ਗਿਆ, ਤੂੰ ਘਰੇ ਕਿਉਂ ਆ ਗਿਆ। ਲੋਕ ਮਿਹਣਾ ਦੇਣਗੇ, ਮਖੌਲ ਕਰਨਗੇ, ਹਾਸੀ ਉਡਾਉਣਗੇ। ਇਹ ਲੋਕ ਸ਼ਰਮ ਦੇ ਮਾਰੇ ਫਿਰ ਮੈਨੂੰ ਛੱਡ ਕੇ ਨਹੀਂ ਜਾਣਗੇ, ਮੇਰੇ ਨਾਲ ਹੀ ਜੁੜੇ ਰਹਿਣਗੇ। ਇਹ ਕਾਰਨ ਸੀ ਗੋਰਖਨਾਥ ਨੇ ਤਾਂ ਬਲੌਰ ਦੀਆਂ ਮੁੰਦਰਾਂ ਪਵਾਈਆਂ। ਔਰ ਮੁੰਦਰਾਂ ਪਾ ਕੇ ਰੱਬ ਥੋੜ੍ਹੀ ਮਿਲਦਾ। ਜੇ ਕੰਨਾਂ ਵਿੱਚ ਗਹਿਣੇ ਪਾਇਆ ਜਾਂ ਮੁੰਦਰੇ ਪਾਇਆ ਰੱਬ ਮਿਲਦਾ ਹੋਵੇ, ਤੇ ਸਾਰੀਆਂ ਬੀਬੀਆਂ ਦੇ ਕੰਨ ਵਿੰਨੇ ਹੋਏ ਫਿਰ ਰੱਬ ਮਿਲ ਜਾਂਦਾ। ਅੱਜ ਕੱਲ੍ਹ ਦੇ ਤੇ ਨਵੇਂ ਨੌਜਵਾਨ ਜਿਹੜੇ ਨੇ, ਉਹਨਾਂ ਨੇ ਵੀ ਕੰਨਾਂ ਵਿੱਚ ਨੱਤੀਆਂ ਪਾ ਲਈਆਂ, ਕਈ ਕੁਝ ਪਾ ਲਿਆ ਕੰਨਾਂ ਦੇ ਵਿੱਚ ਮੋਰੇ ਕੱਢ ਕੇ। ਪਰ ਮਹਾਰਾਜ ਕਹਿੰਦੇ ਵੀ ਇਹ ਤੁਹਾਡੇ ਮਨ ਦਾ ਭਰਮ ਹੈ, ਰੱਬ ਇਸ ਤਰ੍ਹਾਂ ਨਹੀਂ ਜੇ ਮਿਲਦਾ। ਜੋਗ ਨਾ ਮੁੰਦੀ ਤੋਂ ਭਾਵ ਮੁੰਦਰਾਂ ਜਿਹੜੀਆਂ ਨੇ ਬਲੌਰ ਦੀਆਂ ਗਲ ਵਿੱਚ ਕੰਨ ਵਿੱਚ ਪਾਉਣ ਦੇ ਨਾਲ ਜੋਗੀ ਜੀ ਰੱਬ ਨਾਲ ਜੁੜਿਆ ਨਹੀਂ ਜਾਂਦਾ। ਇਹ ਤੇ ਮਨ ਦਾ ਭਰਮ ਹੈ ਵੀ ਮੈਂ ਮੁੰਦਰਾ ਪਾਵਾਂਗਾ ਤੇ ਰੱਬ ਨਾਲ ਜੁੜ ਜਾਵਾਂਗਾ। ਬਿਲਕੁਲ ਨਹੀਂ, ਇਸ ਤਰ੍ਹਾਂ ਰੱਬ ਨੂੰ ਨਹੀਂ ਮਿਲੀਦਾ ਹੈ। ਜੋਗ ਨਾ ਮੁੰਦੀ ਮੂੰਡ ਮੰਡਾਈਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋਗ ਨਾ ਮੁੰਦੀ ਮੂੰਡ ਮੰਡਾਇਆ। ਈੜੀ ਨੂੰ ਸਿਹਾਰੀ ਮਹਾਰਾਜ ਜੀਆਂ ਨੇ ਇੱਥੇ ਲਾਈ ਹੈ, ਮੁੰਡਾਇਆ। ਕਹਿਣ ਲੱਗੇ ਭਾਈ ਇਹ ਸਿਰ ਮਨਾਉਣ ਦੇ ਨਾਲ ਵੀ ਨਹੀਂ ਜੋਗੀ ਬਣ ਜਾਈਦਾ। ਮੂੰਡ ਨਾਮ ਸਿਰ ਦਾ ਹੀ ਹੈ, ਮੁੰਡੀ ਆਪਾਂ ਕਹਿ ਦਿੰਦੇ ਨਾ ਹਿੰਦੀ ਦੇ ਵਿੱਚ ਮੁੰਡੀ। ਕਹਿਣ ਲੱਗੇ ਮੁੰਡੀ ਨੂੰ ਮਨਾਉਣ ਦੇ ਨਾਲ, ਸਿਰ ਮਨਾਉਣ ਦੇ ਨਾਲ ਜੇ ਕੋਈ ਆਖੇ ਵੀ ਮੈਨੂੰ ਰੱਬ ਮਿਲ ਗਿਆ ਤੇ ਨਹੀਂ ਮਿਲਦਾ ਹੈ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਮੱਤ ਹੈ, ਉਹਨਾਂ ਦੇ ਜਦੋਂ ਆਪਾਂ ਮੱਤ ਵਿੱਚ ਦਾਖਲ ਹੁੰਦੇ ਆ ਨਾ, ਜਦੋਂ ਉਹਨਾਂ ਦੇ ਜਾ ਕੇ ਦਾਖਲਾ ਲਈਦਾ ਵੀ ਮੈਨੂੰ ਆਪਣੇ ਨਾਲ ਮਿਲਾ ਲਓ, ਉਹ ਕੀ ਕਰਦੇ ਨੇ ਸਿਰ ਦੇ ਵਿੱਚ ਸਵਾਹ ਪਾ ਕੇ ਨਾ
ਤੇ ਫਿਰ ਰਗੜ ਕੇ ਸਿਰ ਦੇ ਵਾਲ ਮੁੱਢੋਂ ਹੀ ਪੱਟ ਦਿੰਦੇ, ਗੰਜਾ ਕਰ ਦਿੰਦੇ ਬਿਲਕੁਲ। ਦੁਹਾਣੇ ਵਰਗਾ ਸਿਰ ਬਣ ਜਾਂਦਾ, ਵਾਲ ਕੋਈ ਨਹੀਂ ਰਹਿ ਜਾਂਦਾ। ਉਹ ਕਹਿੰਦੇ ਵੀ ਤੈਨੂੰ ਇਹ ਕੰਮ ਕਰਨਾ ਪਵੇਗਾ ਵੀ ਸਿਰ ਦੇ ਵਾਲ ਬਿਲਕੁਲ ਮੁੱਢੋਂ ਹੀ ਖਤਮ ਕਰਨੇ ਪੈਣਗੇ, ਤਾਂ ਤੂੰ ਸਾਡੇ ਮੱਤ ਵਿੱਚ ਆ ਸਕਦਾ ਹੈ। ਮਹਾਰਾਜ ਕਹਿਣ ਲੱਗੇ ਸਿਰ ਦੇ ਵਾਲ ਮੁੱਢੋਂ ਪੱਟਿਆਂ ਥੋੜੀ ਰੱਬ ਮਿਲਦਾ ਹੈ। ਪ੍ਰੀਤ ਏਕ ਸੋ ਕੀਏ ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੜਾਏ। ਕਬੀਰ ਪ੍ਰੀਤ ਏਕ ਸਿਉ ਕੀਏ, ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਭਾਵੇਂ ਲਾਂਬੇ ਕੇਸ ਕਰ। ਲੰਬੇ ਕੇਸ ਇਹ ਨਹੀਂ, ਕਿਸੇ ਨੇ ਇਹ ਨਹੀਂ ਸਮਝ ਲੈਣਾ ਵੀ ਆ ਸਾਡੇ ਕੇਸਾਂ ਦੀ ਗੱਲ ਹੈ ਵੀ ਲੰਬੇ ਕੇਸ ਕੀਤਿਆਂ ਰੱਬ ਨਹੀਂ ਮਿਲਦਾ ਤੇ ਕਟਾ ਦਈਏ ਆਪਾਂ ਕਿਉਂ ਰੱਖੇ ਨੇ। ਇੱਥੇ ਲੰਬੇ ਕੇਸ ਤੋਂ ਭਾਵ ਇਹ ਹੈ ਵੀ ਜਿਹੜੇ ਜੋਗੀ ਨੇ ਨਾ, ਉਹ ਇੱਕ ਜੋਗੀਆਂ ਦਾ ਮਤ ਇਹ ਹੈ ਵੀ ਸਿਰ ਤੇ ਵੱਡੀਆਂ ਜਟਾਂ ਹੋਣੀਆਂ ਚਾਹੀਦੀਆਂ, ਲੰਮੀਆਂ ਸਾਰੀਆਂ। ਜਿੰਨੀਆਂ ਵੱਡੀਆਂ ਜਟਾਂ ਹੋਣਗੀਆਂ ਓਨਾ ਵੱਡਾ ਜੋਗੀ ਹੋਵੇਗਾ। ਬੋੜ ਦੇ ਦੁੱਧ ਲਾ ਲਾ ਕੇ, ਬੋੜ ਦੀਆਂ ਜੜ੍ਹਾਂ ਦਾ ਦੁੱਧ ਕੱਢ ਕੇ ਤੇ ਉਹ ਵਾਲਾਂ ਨੂੰ ਲਾਉਂਦੇ ਤੇ ਜਟਾ ਬਣਾ ਲੈਂਦੇ, ਲੰਮੀਆਂ ਜਟਾਂ ਬਣਾ ਲਈਆਂ। ਕਬੀਰ ਸਾਹਿਬ ਜੀ ਨੇ ਖੰਡਨ ਕੀਤਾ, ਕਹਿਣ ਲੱਗੇ ਵੀ ਜੇ ਤੂੰ ਜਟਾ ਵੀ ਬਣਾ ਰਵੇਂ ਨਾ, ਭਾਵੇਂ ਲਾਂਬੇ ਕੇਸ ਕਰ, ਲੰਮੀਆਂ ਜਟਾਵਾਂ। ਜਟਾਵਾਂ ਵੀ ਗੁਰਮੁਖੋ ਇੰਨੀਆਂ ਲੰਮੀਆਂ ਕਿ 20-20 ਫੁੱਟ ਤੱਕ, 30-30 ਫੁੱਟ ਤੱਕ ਜੋਗੀ ਜਟਾਵਾਂ ਬਣਾਉਂਦੇ, ਲੰਮੀਆਂ ਕਰ ਲੈਂਦੇ। ਇੰਨੀਆਂ ਲੰਮੀਆਂ ਜਟਾਵਾਂ, 4-4 ਚੇਲੇ ਮਗਰ ਜਟਾਵਾਂ ਫੜ ਕੇ ਤੁਰੇ ਫਿਰਦੇ। ਉਹਦਾ ਓਨਾ ਹੀ ਵੱਧ ਪ੍ਰਭਾਵ ਕਬੂਲਿਆ ਜਾਂਦਾ ਵੀ ਇਹ ਵੱਡਾ ਜਥੇਦਾਰ ਹੈ ਸਾਰੇ ਜਟਾਵਾਂ ਵਾਲਿਆਂ ਦਾ। ਸਤਿਗੁਰੂ ਕਹਿਣ ਲੱਗੇ ਭਾਵੇਂ ਤੂੰ ਲਾਂਬੇ ਕੇਸ, ਲੰਮੇ ਕੇਸ ਕਰ ਲਾ, ਜਟਾ ਬਣਾ ਲਾ, ਰੱਬ ਤਾਂ ਵੀ ਨਹੀਂ ਮਿਲਣਾ। ਤੇ ਭਾਵੇਂ ਘਰ ਮੁੜਾਏ, ਘਰ ਤੋਂ ਭਾਵ ਹੁੰਦਾ ਰਗੜ ਕੇ, ਸਿਰ ਵਿੱਚ ਸਵਾਹ ਪਾ ਕੇ। ਜਿਹੜੇ ਬੋਧੀ ਨੇ ਨਾ, ਬੋਧੀਆਂ ਦੇ ਸਿਰ ਵੇਖੋ ਗੰਜੇ ਨੇ ਬਿਲਕੁਲ, ਸਿਰ ਤੇ ਵਾਲ ਕੋਈ ਨਹੀਂ ਹੁੰਦਾ। ਉਹ ਕਾਰਨ ਇਹ ਹੈ ਵੀ ਉਹਨਾਂ ਦੇ ਸਿਰ ਵਿੱਚ ਸਵਾਹ ਪਾ ਕੇ ਤੇ ਉਹ ਵਾਲ ਮੁੱਢੋਂ ਹੀ ਪੱਟੇ ਦੁਬਾਰਾ ਆਉਣਗੇ ਹੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਉਹ ਭਾਈ ਪਿਆਰਿਓ, ਜੋਗ ਨਾ ਮੁੰਦੀ ਮੂੰਡ ਮੰਡਾਇਆ। ਇਹ ਸਿਰ ਮਨਾਉਣ ਦੇ ਨਾਲ ਰੱਬ ਨਾਲ ਜੁੜਿਆ ਨਹੀਂ ਜਾਂਦਾ। ਕਿਹੜੇ ਭਰਮਾਂ ਵਿੱਚ ਪੈ ਗਏ ਉਹ ਦੁਨੀਆ ਦੇ ਲੋਕੋ। ਜੇ ਇਸ ਤਰ੍ਹਾਂ ਮਿਲਿਆ ਜਾਵੇ ਤੇ ਸਾਰੇ ਸਿਰ ਗੰਜੇ, ਹੁਣ ਕਈਆਂ ਦੇ ਕੁਦਰਤੀ ਤੌਰ ਤੇ ਵਾਲ ਨਹੀਂ ਆਉਂਦੇ, ਗੰਜੇ ਹੋ ਜਾਂਦੇ, ਤੇ ਫਿਰ ਉਹ ਤੇ ਰੱਬ ਨਾਲ ਹੀ ਮਿਲ ਜਾਣ। ਤੇ ਕਈਆਂ ਦੇ ਕੁਦਰਤੀ ਤੌਰ ਤੇ ਵੱਡੇ ਹੁੰਦੇ ਨੇ ਤੇ ਉਹ ਰੱਬ ਨੂੰ ਮਿਲ ਜਾਣ। ਕਹਿਣ ਲੱਗੇ ਨਹੀਂ, ਇਹ ਭੁਲੇਖਾ ਹੈ ਤੁਹਾਡੇ ਮਨ ਦਾ, ਇਸ ਤਰ੍ਹਾਂ ਰੱਬ ਨਾਲ ਨਹੀਂ ਜੇ ਜੁੜਿਆ ਜਾਂਦਾ। ਵੇਖੋ ਗੁਰੂ ਨਾਨਕ ਸਾਹਿਬ ਦੇ ਬਚਨ ਕਿੰਨੇ ਗਿਆਨ ਵਾਲੇ ਨੇ, ਕਿੰਨੇ ਸੋਝੀ ਵਾਲੇ। ਅਸੀਂ ਸੋਚਦੇ ਹੋਵਾਂਗੇ ਜੋਗੀ ਬਣ ਜਾਈਏ ਰੱਬ ਮਿਲੇਗਾ, ਅਸੀਂ ਸੋਚਦੇ ਹਾਂ ਜਟਾਧਾਰੀ ਬਣ ਜਾਈਏ ਰੱਬ ਮਿਲੇਗਾ, ਅਸੀਂ ਸੋਚਦੇ ਹਾਂ ਵੀ ਗੰਜ ਕੱਢ ਲਈਏ, ਗੰਜੇ ਹੋ ਜਾਈਏ ਰੱਬ ਮਿਲੇਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨਹੀਂ, ਗੱਲ ਨਹੀਂ, ਯੋਗ ਨਾ ਹੋਈ ਇਹਨਾਂ ਗੱਲਾਂ ਕਰਕੇ ਜਿਹੜੇ ਕੰਮ ਤੈਨੂੰ ਦੱਸੇ ਨੇ। ਨਹੀਂ, ਉਹ ਯੋਗ ਜੁੜਿਆ ਨਹੀਂ ਹੋ ਜਾਣਾ ਰੱਬ ਦੇ ਨਾਲ, ਤੇਰਾ ਮਨ ਕੋਈ ਨਹੀਂ ਜੁੜਨਾ ਹੈ। ਬਖਸ਼ਿਸ਼ ਕਰਦੇ ਹਨ। ਜੋਗ ਨਾ ਸਿੰਘੀ ਵਾਇਆ। ਗੁਰਮੁਖੋ ਸਿੰਘੀ ਨਾਮ ਇੱਕ ਤਰ੍ਹਾਂ ਦਾ ਇੱਕ ਵਾਜਾ ਹੈ। ਜਿਹੜੇ ਜੋਗੀ ਨੇ ਨਾ, ਲੰਮਾ ਸਾਰਾ ਸਿੰਘ ਲੈ ਕੇ ਨਾ, ਜਿਹਦੇ ਵਿੱਚ ਵਲ ਪੈਂਦੇ ਹੋਣ, ਉਹਦੇ ਵਿੱਚ ਸੁਰਾਖ ਕੱਢ ਕੇ ਤੇ ਫੂਕ ਮਾਰਦੇ, ਉਹਦੇ ਵਿੱਚੋਂ ਫਿਰ ਇੱਕ ਆਵਾਜ਼ ਨਿਕਲਦੀ ਹੈ, ਉਹਨੂੰ ਕਹਿੰਦੇ ਸਿੰਘੀ ਵਜਾਉਣੀ। ਇਹ ਜੋਗੀਆਂ ਦੇ ਕੋਲ ਇੱਕ ਤਰ੍ਹਾਂ ਦਾ ਵਾਜਾ, ਇੱਕ ਤਰ੍ਹਾਂ ਦਾ ਸਾਜ਼ ਹੈ, ਜੋਗੀਆਂ ਨੇ ਬਣਾਇਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋਗ ਨਾ ਸਿੰਘੀ ਵਾਈਐ। ਇਹ ਸਿੰਘ ਵਜਾਉਣ ਦੇ ਨਾਲ ਜਿਹੜਾ ਸਿੰਘ ਤੋਂ ਬਣਿਆ ਵਾਜਾ, ਲੰਮਾ ਸਿੰਘ ਲੈ ਲਿਆ, ਉਹਦੇ ਵਿੱਚ ਸੁਰਾਖ ਕੱਢ ਲਿਆ, ਉਹਦੇ ਵਿੱਚ ਬਹੁਤੇ ਵਲ ਪਾਏ ਹੋਏ, ਜਿਵੇਂ ਗਾਂਡਾ ਵਗੈਰਾ ਜਾਨਵਰ ਨੇ ਨਾ, 12 ਸਿੰਘਾਂ ਆਪਾਂ ਕਹਿ ਦਿੰਦੇ, ਜਾਂ ਕੁਝ ਹਿਰਨ ਇਹੋ ਜਿਹੇ ਨੇ ਜਿਨ੍ਹਾਂ ਹਿਰਨਾਂ ਦੇ ਸਿੰਘ ਬੜੇ ਲੰਮੇ ਲੰਮੇ ਹੁੰਦੇ, ਬਲਦਾਰ ਹੁੰਦੇ। ਹੁਣ ਜੋਗੀਆਂ ਦਾ ਕੰਮ ਹੈ ਜੰਗਲ ਵਿੱਚ ਰਹਿਣਾ, ਜੰਗਲ ਵਿੱਚ ਟੁੱਟੇ ਸਿੰਘ ਮਿਲ ਜਾਂਦੇ ਜਾਨਵਰਾਂ ਦੇ, ਜਾਂ ਜਿਨ੍ਹਾਂ ਜਾਨਵਰਾਂ ਦਾ ਸ਼ਿਕਾਰ ਹੋ ਗਿਆ, ਉਹ ਸ਼ੇਰਾਂ ਨੇ ਮਾਸ ਤੇ ਖਾ ਲਏ, ਸਿੰਘ ਪਏ ਹੋਏ ਜੰਗਲ ਵਿੱਚ, ਜੋਗੀ ਉਹਨਾਂ ਨੂੰ ਸਾਫ਼ ਕਰਕੇ ਆਪਣਾ ਵਾਜਾ ਬਣਾ ਲੈਂਦੇ ਤੇ ਵਜਾਉਂਦੇ ਮਸਤੀ ਵਿੱਚ ਆ ਕੇ। ਜਦੋਂ ਭੰਗ ਪੀਂਦੇ ਨਾ ਜੋਗੀ, ਭੰਗ ਪੀ ਕੇ ਫਿਰ ਉਹ ਵਾਜਾ ਵਜਾਉਂਦੇ। ਮਹਾਰਾਜ ਕਹਿਣ ਲੱਗੇ ਵੀ ਜੋਗ ਨਾ ਸਿੰਘੀ ਵਾਈਏ। ਭਾਈ ਪਿਆਰਿਆ, ਵਾਜਾ ਵਜਾਉਣ ਨਾਲ ਰੱਬ ਨੂੰ ਥੋੜ੍ਹੀ ਮਿਲੀਦਾ। ਜਿੰਨੀਆਂ ਮਰਜ਼ੀ ਸਿੰਘਾਂ ਦੀਆਂ ਬਣਾ ਲੈ ਤੂੰ ਤੁਰ ਰਹੀਆਂ, ਤੇ ਇਹ ਵਜਾਲਾ ਸਿੰਘ ਪੱਟ ਪੱਟ ਕੇ ਹਿਰਨਾਂ ਦੇ ਲਿਆ ਕੇ 12 ਸਿੰਘਿਆਂ ਦੇ। ਪਰ ਕਹਿੰਦੇ ਵੀ ਸਿੰਘ ਵਜਾਉਣ ਦੇ ਨਾਲ ਵੀ ਰੱਬ ਦੇ ਨਾਲ ਜੁੜਿਆ ਨਹੀਂ ਜਾਂਦਾ।
ਇਹ ਤੇਰੇ ਮਨ ਦਾ ਇੱਕ ਭੁਲੇਖਾ ਹੈ। ਅੰਜਨ ਮਾਹੇ ਨਿਰੰਜਨ ਰਈਆ। ਗੁਰਮੁਖੋ ਅੰਜਨ ਨਾਮ ਹੈ ਮਾਇਆ ਦਾ। ਕਹਿਣ ਲੱਗੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਰਹੀਏ। ਨਿਰੰਜਨ ਤੋਂ ਭਾਵ ਅਸੰਗ ਰਹੀਏ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਰਹੀਏ। ਪਰਿਵਾਰ ਵਿੱਚ ਰਹਿੰਦਿਆਂ ਵੀ ਪਰਿਵਾਰ ਤੋਂ ਨਿਰਲੇਪ ਰਹੀਏ। ਇਸ ਤਰ੍ਹਾਂ ਕਰਨਾ ਕਰੀਏ। ਜੋਗ ਜੁਗਤ ਇਹ ਪਾਈਆ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਵੀ ਐਸ ਜੁਗਤੀ ਦੇ ਨਾਲ ਰੱਬ ਦੇ ਨਾਲ ਜੁੜਿਆ ਜਾਣਾ ਹੈ। ਗੁਰੂ ਨਾਨਕ ਦੇ ਮਹਾਰਾਜ ਦਾ ਸਿਧਾਂਤ ਕੀ ਹੈ? ਅੰਜਨ ਮਾਹੇ। ਅੰਜਨ ਨਾਮ ਮਾਇਆ ਦਾ। ਮਾਇਆ ਦੇ ਵਿੱਚ ਰਹਿ ਜ਼ਰੂਰ, ਮਾਇਆ ਨੂੰ ਛੱਡਣਾ ਨਹੀਂ ਹੈ। ਕਿਉਂਕਿ ਤੇਰੇ ਵਾਸਤੇ, ਤੇਰੇ ਪਰਿਵਾਰ ਦੇ ਗੁਜ਼ਾਰੇ ਵਾਸਤੇ, ਤੇਰੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਮਾਇਆ ਜ਼ਰੂਰੀ ਹੈ। ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਹਾਰਾਜ ਕਹਿਣ ਲੱਗੇ ਨਿਰੰਜਨ ਰਹੀਏ। ਰਹਿਣਾ ਨਿਰਲੇਪ ਹੈ, ਉਹਦੇ ਨਾਲ ਮੋਹ ਨਹੀਂ ਕਰਨਾ ਹੈ। ਜੋਗੀਆਂ ਨੇ ਸਵਾਲ ਕਰਤੇ ਨਾ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ, ਮਹਾਰਾਜ ਤੁਸੀਂ ਤੇ ਵਿਆਹ ਕਰਵਾ ਲਿਆ, ਤੁਸੀਂ ਤੇ ਗ੍ਰਸਤੀ ਬਣ ਗਿਆ, ਤੁਸੀਂ ਤੇ ਜਨਾਨੀ ਲੈ ਆਂਦੀ ਹੈ, ਘਰ ਵਾਲੀ ਲੈ ਆਂਦੀ ਹੈ, ਤੁਸੀਂ ਤੇ ਪੁੱਤਰ ਪੈਦਾ ਕਰ ਲਿਆ, ਤੁਸੀਂ ਕਿਹੋ ਜਿਹਾ ਗੁਰੂ ਹੋਏ? ਉਹਨਾਂ ਸਮਿਆਂ ਦੇ ਵਿੱਚ ਗੁਰਮੁਖੋ ਗੁਰੂ ਜਿਹੜਾ ਹੁੰਦਾ ਸੀ ਨਾ, ਉਹ ਵਿਆਹ ਨਹੀਂ ਸੀ ਕਰਵਾ ਸਕਦਾ। ਉਹਨੂੰ ਛੜਾ ਹੀ ਰਹਿਣਾ ਪੈਂਦਾ, ਵਿਹੰਗਮ ਰਹਿਣਾ ਪੈਂਦਾ। ਤੇ ਮਹਾਰਾਜ ਨੇ ਫਿਰ ਉੱਤਰ ਦਿੱਤਾ ਸੀ, ਕਹਿਣ ਲੱਗੇ ਗੁਰਮੁਖੋ ਮਾਇਆ ਗੁਜਰਾਨ ਹੈ। ਮਾਇਆ ਬਿਨਾਂ ਗੁਜ਼ਾਰਾ ਨਹੀਂ ਚੱਲਦਾ। ਰੋਟੀ ਖਾਣੀ ਨਾ, ਪ੍ਰਸ਼ਾਦਾ ਛਕਣਾ, ਉਹਦੇ ਵਾਸਤੇ ਮਾਇਆ ਜ਼ਰੂਰੀ ਹੈ। ਮਾਇਆ ਗੁਜਰਾਨ ਹੈ ਤੇ ਪੁੱਤਰ ਨਿਸ਼ਾਨ ਹੈ। ਪੁੱਤਰ ਤੋਂ ਅੱਗੇ ਨਿਸ਼ਾਨੀ ਰਹਿੰਦੀ ਹੈ, ਕੁੱਲ ਚੱਲਦੀ, ਖਾਨਦਾਨ ਚੱਲਦਾ। ਤੇ ਔਰਤ ਈਮਾਨ ਹੈ। ਔਰਤ ਹੋਵੇ ਤੇ ਬੰਦੇ ਦਾ ਈਮਾਨ ਬਣਿਆ ਰਹਿੰਦਾ, ਬੰਦਾ ਧਰਮ ਤੇ ਟਿਕਿਆ ਰਹਿੰਦਾ, ਮਾੜੀਆਂ ਕਰਤੂਤਾਂ ਨਹੀਂ ਕਰਦਾ। ਇਹ ਸਤਿਗੁਰਾਂ ਨੇ ਜਵਾਬ ਦਿੱਤਾ। ਇੱਥੇ ਮਹਾਰਾਜ ਕਹਿਣ ਲੱਗੇ ਵੀ ਅੰਜਨ ਮਾਹੇ ਨਿਰੰਜਨ ਰਹੀਏ। ਮਾਇਆ ਦੇ ਵਿੱਚ ਰਹਿੰਦਿਆਂ, ਪਦਾਰਥਾਂ ਵਿੱਚ ਰਹਿੰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਸਿਰਫ ਇਹ ਧਿਆਨ ਰੱਖਣਾ ਵੀ ਮੈਂ ਨਿਰਲੇਪ ਰਹਿਣਾ, ਡੁੱਬਣਾ ਨਹੀਂ, ਖਚਿਤ ਨਹੀਂ ਹੋਣਾ ਇਹਦੇ ਵਿੱਚ। ਇਹਨਾਂ ਵਿੱਚ ਲੱਗ ਕੇ ਮੈਂ ਰੱਬ ਨੂੰ ਨਹੀਂ ਭੁੱਲਣਾ ਹੈ। ਇਸ ਗੱਲ ਦਾ ਹੀ ਧਿਆਨ ਰੱਖਣਾ ਹੈ। ਜੋਗ ਜੁਗਤ ਇਵ ਪਾਈਐ। ਇਸ ਜੁਗਤੀ ਦੇ ਨਾਲ, ਇਸ ਤਰੀਕੇ ਦੇ ਨਾਲ, ਇਹ ਕੰਮ ਕਰਨ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਜੋ ਕਹੀਏ ਜੁੜਿਆ ਜਾ ਸਕਦਾ। ਇਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗੱਲੀ ਜੋਗ ਨਾ ਹੋਈ। ਗੁਰਮੁਖੋ ਜੇ ਆਪਾਂ ਇੱਥੇ ਬੈਠੇ ਗੱਲਾਂ ਹੀ ਕਰੀ ਜਾਈਏ ਨਾ ਘਰ ਵਿੱਚ ਬੈਠ ਕੇ ਵੀ ਰੱਬ ਨੂੰ ਪਾਉਣਾ ਹੈ, ਰੱਬ ਨੂੰ ਪਾਉਣਾ ਹੈ, ਤੇ ਗੱਲਾਂ ਕਰਨ ਦੇ ਨਾਲ ਉਹ ਰੱਬ ਮਿਲਦਾ ਨਹੀਂ ਹੈ। ਇੱਕ ਦ੍ਰਿਸ਼ਟਕਾਰ ਸਮਸਰ ਜਾਣਾ। ਗੁਰੂ ਪਾਤਸ਼ਾਹ ਕਹਿੰਦੇ ਵੀ ਇੱਕ ਦ੍ਰਿਸ਼ਟੀ ਨੂੰ ਸਮਸਰ ਕਰਕੇ ਰੱਖੇ। ਸਮਸਰ ਤੋਂ ਭਾਵ ਹੁੰਦਾ ਬਰਾਬਰ, ਸਾਰਿਆਂ ਵੱਲ ਬਰਾਬਰ ਹੀ ਆਪਣਾ ਰੱਖੇ ਹਿਸਾਬ ਕਿਤਾਬ। ਕਿਸੇ ਨਾਲ ਈਰਖਾ ਨਾ ਕਰੇ ਔਰ ਕਿਸੇ ਨਾਲ ਮੋਹ ਨਾ ਕਰੇ। ਕਿਸੇ ਨੂੰ ਚੰਗਾ ਨਾ ਵੇਖੇ, ਕਿਸੇ ਨੂੰ ਮਾੜਾ ਨਾ ਕਵੇ। ਸੋ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਮੈਂ ਸਭ ਤੋਂ ਮਾੜਾ, ਦੁਨੀਆ ਸਭ ਤੋਂ ਚੰਗੀ। ਦੁਨੀਆ ਨੂੰ ਰੱਬ ਦਾ ਰੂਪ ਜਾਣ ਕੇ ਇਸ ਨੂੰ ਜਾਣੇ। ਏਕ ਦ੍ਰਿਸ਼ਟ ਕਰ ਸੰਸਰ ਜਾਣੈ। ਸੰਸਰ ਤੋਂ ਭਾਵ ਹੁੰਦਾ ਬਰਾਬਰ, ਜਿਹਨੂੰ ਆਪਾਂ ਕਹਿੰਦੇ ਵੀ ਇੱਕ ਅੱਖ ਨਾਲ ਵੇਖਣਾ, ਬਰਾਬਰ ਵੇਖਣਾ ਸਾਰਿਆਂ ਨੂੰ। ਸਤਿਗੁਰੂ ਕਹਿੰਦੇ ਜੋਗੀ ਤੇਰੇ ਮਨ ਵਿੱਚ ਈਰਖਾ ਭਰੀ ਹੈ, ਆਹ ਛੋਟਾ ਹੈ, ਆਹ ਵੱਡਾ ਹੈ। ਇਸ ਈਰਖਾ ਨੂੰ ਪਰੇ ਕਰ। ਇੱਕ ਦ੍ਰਿਸ਼ਟੀ ਦੇ ਨਾਲ, ਇੱਕ ਨਜ਼ਰ ਦੇ ਨਾਲ ਸਾਰਿਆਂ ਨੂੰ ਬਰਾਬਰ ਦੇਖ। ਜੋਗੀ ਕਈਐ ਸੋਈ। ਉਸ ਨੂੰ ਜੋਗੀ ਕਿਹਾ ਜਾਂਦਾ। ਜੋਗੀ ਉਹ ਹੈ ਜਿਹਦੀ ਦ੍ਰਿਸ਼ਟੀ ਬਰਾਬਰ ਹੋ ਗਈ ਹੈ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜਗ ਜੀਤ। ਇੱਥੇ ਬਚਨ ਕੀਤਾ ਮਹਾਰਾਜ, ਕਹਿਣ ਲੱਗੇ ਮੁੰਦਾ ਸੰਤੋਖ। ਜੇ ਕੰਨ ਵਿੱਚ ਮੁੰਦਰਾ ਪਾਉਣੀਆਂ ਨਾ, ਹੁਣੇ ਬਚਨ ਆ ਗਿਆ। ਇਹ ਬਲੌਰ ਦੀਆਂ ਮੁੰਦਰਾ ਪਾ ਕੇ ਕੁਝ ਨਹੀਂ ਬਣਨਾ ਹੈ। ਜੇ ਮੁੰਦਰਾ ਪਾਉਣੀਆਂ ਤੇ ਇਹ ਪਾ ਮੁੰਦਾ ਸੰਤੋਖ। ਜਿਹੜਾ ਸੰਤੋਖ ਧਾਰਨ ਕਰਨਾ ਮਨ ਵਿੱਚ, ਹੀ ਹੈ ਮੁੰਦਰਾ ਪਾਉਣੀ। ਕੱਲੀ ਬਲੌਰ ਦੀ ਮੁੰਦਰਾ ਕੰਨ ਵਿੱਚ ਪਾ ਕੇ ਕੀ ਕਰੇਗਾ ਜੇ ਸੰਤੋਖ ਹੀ ਕੋਲ ਕੋਈ ਨਹੀਂ। ਮੁੰਦਾ ਸੰਤੋਖ ਸ਼ਰਮ ਪਤ ਝੋਲੀ। ਜਿਹੜੀ ਸ਼ਰਮ ਧਾਰਨ ਕਰਨੀ ਨਾ ਵਕਾਰਾਂ ਦੇ ਵੱਲੋਂ, ਇਹ ਗਲ ਵਿੱਚ ਪਾਉਣ ਵਾਲੀ ਝੋਲੀ ਹੈ। ਜੋਗੀਆਂ ਦੇ ਗਲ ਵਿੱਚ ਝੋਲਾ ਪਾਇਆ ਹੁੰਦਾ ਨਾ ਮੰਕੇ ਵਿੱਚ, ਉਹਦੇ ਵਿੱਚ ਪ੍ਰਸ਼ਾਦਾ ਪਾਣੀ ਪਾਉਣ ਵਾਸਤੇ, ਆਟਾ ਵਗੈਰਾ ਪਾਉਣ ਵਾਸਤੇ।
सतगुरु कहन लगे झोली मोढे ते टंगी है, इहदा कोई लाभ नहीं है। जे झोली पाउणी है तो शर्म की झोली पा वकारां दे वल्लों। मुंदा संतोख सरम पत झोली, ध्यान की करे विभूत। इकली स्वाह मल के बैठा भी मैं तो स्वाह मली बैठा, स्वाह नाल कुछ नहीं होना। जे स्वाह मलनी है ना, रब दे नाल ध्यान जोड़न रूपी स्वाह मल। रब दे नाल ध्यान जोड़ लिया ना, समझ ला भी स्वाह मल ली है। जे ध्यान ही नहीं जुड़िया फिर जिन्नी मर्जी स्वाह मली जा, फिर कोई फायदा नहीं। मुंदा संतोख सरम पा झोली, ध्यान की करे बपूत। खिंथा काल कुआरी काया, ये खिंथा कहिए खफनी जिहड़ी है ना, कोई ये धारण करनी है जिहड़ी इस काया नूं जम तो रहत करना है। जमदूतां दे वस ना पैण देना, ते जमदूतां दे वस तां नहीं पवांगे जे बंदगी करांगे, नाम जपांगे। खिंथा काल कुआरी काया, जुगत डंडा प्रतीत। आई पंथी सगल जमाती, मन जीतै जगती। दसवें पातशाह महाराज साहब जियां ने बचन कीते, कहन लगे रे मन ऐसो कर सन्यासा, बन से सदन सबै कर समझो, मन ही माहे उदासा। जत की जटा, उन्हें बचन आ गया ना भी वो लम्मे लम्मे केस रख लै, जटावां बनाईयां। दसवें पातशाह नूं पुछया महाराज असीं जटावां रखण नूं जी करदा साडा, असीं की करिए, जटावां रख लईए। महाराज कहन लगे जत की जटा, जे जटावां रखण दा जी करदा ते ये रख भी जत सत रख। ये है गुरसिख दा काम। वकारां दे वल्लों जती रहना, देख पराइयां चंगियां मावां भैणां धीआं जाण। सो ये है महाराज दा जिहड़ा फरमान है सानू भी जता किहदियां रखणियां। जत की जटा जोग को मंजन, जिहड़ा जोग जुड़ना वो ये है जिहड़ा सत संगत रूपी सरोवर विच इशनान करना है। नेम के नखन बढ़ाओ, जोगी ना नौ नहीं कटदे, लम्मे लम्मे नौ भी ये नहीं कटने, भी रब दी दात है। सतगुरु कहते नौ लम्मे रखेगा विच गंद फसेगा, उहदे नाल बीमार हो जाएगा। जे तेनू नौ रखण दा चाह है ना, कईयां बीबियां नूं बड़ा चाह हुंदा चीची दा लम्मा नौ रखिया हुंदा सजावट वास्ते। धन दसवें पातशाह महाराज कहते भी जे नौ तेनू लम्मे रखण दा चाह है भी मैं फैशन बना लवां, ते फिर ये फैशन कर, नेम के नखण बढ़ाओ। नेम रख, 4 बजे उठ के मैं इशनान करना ही करना है, ये है नेम। फिर भावें सिर पीड़ हुंदा होवे ते भावें लत्त पीड़ हुंदी होवे ते भावें कुछ भी पीड़ हुंदा होवे, फिर 4 तो 4 ही रहणगे, वो कदे 4.5 नहीं होणगे। ये है नेम। साडा ते नेम ही कोई नहीं है। एक दिन असीं तड़के 1 बजे उठ पए, दूजे दिन असीं 9 बजे हिलाया नहीं उठे, ये नेम थोड़ी होया। महाराज कहन लगे बचन ये है गुरमुखा, जे तू अपने हत्थां दे 9 वधाउणे चाहुणा ना, 9 ते दे कट, इन्हां नाल ते रब नहीं मिलना। पर ਇਹਦੇ तो गुण ये ले ला भी नेम के नखण बढ़ाओ। जिहड़ा नेम रख लिया ना भी 4 बजे उठना है, इशनान करना है, नितनेम करना है, संगत विच जाना है, ये नेम बना ला। ये है तेरे लम्मे रखे 9। आ जिहड़े दुनिया रखी बैठी है ना, कोई फायदा नहीं। ते सतगुरु पातशाह कहन लगे ज्ञान गुरु आ तुम उपदेसो, ध्यान भूत चढ़ाओ। महाराज जियां दा बचन अपने मन नूं ज्ञान देना गुरु दे वल्लों। अते पातशाह बचन करदे कहन लगे जिहड़ा परमात्मा दा नाम जपना है, ये है भाई विभूति चढ़ाउणी सुवाह मलनी। अल्प आहार सुलभ सी निंद्रा, दुनिया दे लोग सारा साल तुन तुन के खांदे, रज रज के, तता ठंडा जो मिलिया ना। माशा अल्लाह जे किते सानू विआह आ जावे ना पैलस दे विच, ते फिर भावें गैस दीयां गोलियां साडे परस विच ही होण, वो खाणियां मंजूर ने, ते पीड़ दर्द दीयां भी मंजूर ने, ते हाजमूला जरूर ही हुंदा नाल भी ये किते गैस ना बन जावे। पर शगनों नहीं आपां पिछे हटदे भी तत्ता है कि ठंडा है, गर्म है कि स्वाद है, मौसम वाला कि बिन मौसम वाला, सब कुछ पता चलदा ही रहिंदा उस वेले, भावें बीमार हो जावे। ते सारा साल खाधा ठूस ठूस के चंगी तरह, ते साल बाद आख्या भी मेरा ते अज वर्त है, अज मैं कुछ नहीं छकांगा। उथे कुछ नहीं होना, ये ते एक पखंड है। सतगुरु कहंदे वरते रखना है अल्प आहार,
ਜੇ ਰੋਜ਼ 4 ਪ੍ਰਸ਼ਾਦਿਆਂ ਦੀ ਭੁੱਖ ਹੈ ਤੇ 3 ਪ੍ਰਸ਼ਾਦੇ ਛਕ, ਇਹ ਤੇਰਾ ਰੋਜ਼ ਦਾ ਹੀ ਵਰਤ ਹੋਵੇਗਾ। ਪੇਟ ਖਾਲੀ ਰਹੇਗਾ, ਅੰਦਰ ਸਾਹ ਜਾਏਗਾ, ਅੰਦਰਲੀ ਮਸ਼ੀਨਰੀ ਚੱਲੇਗੀ ਤੇਰੇ ਜੋ ਰੱਬ ਨੇ ਫਿੱਟ ਕੀਤੀ ਹੈ, ਉਹਦੇ ਨਾਲ ਤੇਰਾ ਪਾਚਨ ਸ਼ਕਤੀ ਸਹੀ ਰਹੇਗੀ, ਪ੍ਰਸ਼ਾਦਾ ਪਚਦਾ ਰਹੇਗਾ ਤੇ ਸਰੀਰ ਆਪਣੀ ਹਰਕਤ ਵਿੱਚ ਰਹੇਗਾ। ਤੇ ਜੇ ਤੂੰ ਛਕ ਹੀ ਇੰਨਾ ਲਿਆ ਵੀ ਸਾਹ ਵੀ ਨਾ ਆਵੇ ਤੇ ਫਿਰ ਤੇ ਬਿਮਾਰ ਹੀ ਹੋਵੇਗਾ। ਜਾਂ ਕਈ ਵਾਰੀ ਅਸੀਂ ਫਰੀ ਦਾ ਵੇਖ ਕੇ ਵੀ ਤੁਰਿਆ ਵੀ ਨਹੀਂ ਜਾਂਦਾ। ਕਹਿਣ ਲੱਗੇ ਇੱਕ ਪੰਡਤ ਦੇ ਘਰੇ ਨਾ ਨਵੀਂ ਨਹੁੰ ਆਈ ਤੇ ਪੰਡਤ ਜੀ ਪ੍ਰਸ਼ਾਦਾ ਛਕਣ ਚਲੇ ਗਏ ਕਿਸੇ ਦੇ ਘਰ ਵਿੱਚ। ਜਦੋਂ ਪੰਡਤ ਜੀ ਦੇ ਪ੍ਰਸ਼ਾਦਾ ਛਕ ਕੇ ਵਾਪਸ ਆਉਣ ਦਾ ਟਾਈਮ ਹੋ ਗਿਆ ਤੇ ਉਹ ਜਿਹੜੀ ਨਵੀਂ ਲੜਕੀ ਵਿਆਹ ਕੇ ਆਈ ਨਾ, ਉਹਦੀ ਸੱਸ ਕਹਿਣ ਲੱਗੀ ਵੀ ਜਿਹੜਾ ਮੰਜਾ ਹੈ ਨਾ ਬਾਹਰ ਡਿਉੜੀ ਵਿੱਚ ਡਾਹ ਕੇ ਆ। ਪੁੱਛਿਆ ਵੀ ਕਿਉਂ? ਤੇ ਉਸਨੇ ਬੀਬੀ ਨੇ ਜਵਾਬ ਦਿੱਤਾ ਵੀ ਸਹੁਰਾ ਤੇਰਾ ਰੋਟੀ ਖਾਣ ਗਿਆ ਤੇ ਦਰਵਾਜ਼ੇ ਤੱਕ ਮਸਾਂ ਹੀ ਪਹੁੰਚਣਾ, ਉੱਥੇ ਡਿੱਗ ਪਵੇਗਾ ਮੰਜੇ ਤੇ ਆ ਕੇ, ਫਿਰ ਸਾਹ ਲਵੇਗਾ ਤੇ ਫਿਰ ਅੱਗੇ ਆਵੇਗਾ। ਨੌਂ ਬੜੀ ਹੈਰਾਨ ਹੋਈ, ਕਹਿਣ ਲੱਗੇ ਵੀ ਬਾਪੂ ਇਹ ਡਿਉੜੀ ਤੱਕ ਆਵੇਗਾ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸੱਸ ਨੇ ਪੁੱਛਿਆ ਵੀ ਤੇਰਾ ਬਾਪ ਵੀ ਤੇ ਪੰਡਤ ਹੈ ਨਾ, ਉਹ ਕਿਵੇਂ ਕਰਦਾ ਹੈ? ਤੇ ਨੌਂ ਨੇ ਜਵਾਬ ਦਿੱਤਾ, ਕਹਿਣ ਲੱਗਾ ਮੰਮੀ ਉਹ ਤੇ ਮਾਤਾ ਜੀ ਮੰਜਾ ਨਾਲ ਹੀ ਲੈ ਕੇ ਜਾਂਦਾ, ਉਹ ਛਕ ਕੇ ਉਹਨਾਂ ਦੇ ਘਰੇ ਹੀ ਸੌਂ ਜਾਂਦਾ ਹੈ। ਜਦੋਂ ਦੁਬਾਰਾ ਕਿਤੇ ਉਹਨੂੰ ਜਾਗ ਆਉਂਦੀ ਹੈ, ਰਾਸ਼ਨ ਦੀ ਘਿਣ ਉਤਰਦੀ ਹੈ, ਫਿਰ ਉਹ ਘਰੇ ਆਉਂਦਾ ਹੈ। ਕਹਿਣ ਤੋਂ ਭਾਵ ਇਹ ਹੈ ਵੀ ਜੇ ਰਾਸ਼ਨ ਸਾਨੂੰ ਫ੍ਰੀ ਵਾਲਾ ਮਿਲ ਗਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਬਿਮਾਰ ਹੀ ਕਰ ਲੈਣਾ, ਉੱਥੇ ਡਿੱਗ ਹੀ ਪੈਣਾ, ਵੀ ਤੁਰਨ ਦੀ ਵੀ ਸੱਤਿਆ ਹਿੰਮਤ ਨਾ ਰਵੇ। ਸਤਿਗੁਰੂ ਬਖਸ਼ਿਸ਼ ਕਰਦੇ ਅਲਪ ਆਹਾਰ, ਭੋਜਨ ਥੋੜਾ ਛਕ ਲਾ, ਜਿੰਨੀ ਭੁੱਖ ਹੈ ਘੱਟ ਛਕੇਗਾ, ਸਰੀਰ ਤੇਰਾ ਚੱਲਦਾ ਫਿਰਦਾ ਰਹੇਗਾ। ਤੇ ਦੂਜਾ ਵਚਨ ਮਹਾਰਾਜ ਨੇ ਕੀਤਾ ਸੁਲਪ ਸੀ ਨਿੰਦਰਾ, ਨਿੰਦਰਾ ਸੌਣਾ, ਜ਼ਿਆਦਾ ਸੌਣਾ ਵੀ ਘਾਤਕ ਹੈ ਅਤੇ ਘੱਟ ਸੌਣਾ ਵੀ। ਡਾਕਟਰ ਲੋਕ ਜਿਹੜੇ ਨੇ ਨਾ 7-8 ਘੰਟੇ ਦੀ ਨੀਂਦ ਦੱਸਦੇ ਨੇ ਬੰਦੇ ਨੂੰ ਵੀ ਸੌਣਾ ਚਾਹੀਦਾ। ਕੁਝ ਲੋਕ ਇੰਨੇ ਵਿਅਸਤ ਨੇ ਕੰਮ ਦੇ ਵਿੱਚ ਵੀ ਸੌਂਦੇ ਹੀ ਨਹੀਂ, ਉਹ ਵੀ ਬਿਮਾਰ ਹੋ ਜਾਂਦੇ। ਤੇ ਕੁਝ ਇਹੋ ਜਿਹੇ ਮੇਰੇ ਵਰਗੇ ਵਿਹਲੇ ਨੇ ਵੀ ਉੱਠਦੇ ਹੀ ਨਹੀਂ, ਉਹ ਸੁੱਤੇ ਹੀ ਰਹਿੰਦੇ, ਬਸ ਰੋਟੀ ਖਾਣ ਵਾਸਤੇ ਉੱਠਣਾ ਤੇ ਫਿਰ ਸੌ ਗਏ। ਜ਼ਿਆਦਾ ਸੌਣਾ ਵੀ ਘਾਤਕ ਹੈ। ਮਹਾਰਾਜ ਕਹਿਣ ਲੱਗੇ ਆਪਣੀ ਨਿੰਦਰਾ ਦੇ ਉੱਪਰ ਕੰਟਰੋਲ ਕਰ। ਇਹ ਹੈ ਜੋਗੀ ਬਣਨਾ, ਇਹ ਹੈ ਗੁਰੂ ਦਾ ਸਿਧਾਂਤ, ਇਹ ਹੈ ਗੁਰੂ ਦਾ ਗਿਆਨ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹੋਇਬੋ ਤ੍ਰਿਗੁਣ ਅਤੀਤ। 10ਵੇਂ ਪਾਤਸ਼ਾਹ ਦੇ ਬਚਨ। ਆਪਣੇ ਮਨ ਦੇ ਵਿੱਚ ਸੀਲ ਸੁਭਾਅ ਸ਼ਾਂਤੀ ਵਾਲਾ, ਫਿਰ ਸੰਤੋਖ ਰੱਖਣਾ, ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨਾ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ। ਗੁਰੂ ਕੇ ਸਿੱਖ ਜਦੋਂ ਨਿਤਨੇਮ ਕਰਦੇ, ਬਾਣੀ ਪੜ੍ਹਦੇ ਅੰਮ੍ਰਿਤ ਵੇਲੇ 10ਵੇਂ ਪਾਤਸ਼ਾਹ ਦੀ, ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰਨ ਦੇ ਨਾਲ ਜੋਗੀ ਨਹੀਂ ਬਣੀਦਾ। ਆਪਣੀ ਦ੍ਰਿਸ਼ਟੀ ਨੂੰ ਬਰਾਬਰ ਰੱਖ ਸਾਰਿਆਂ ਦੇ ਉੱਪਰ, ਉਸ ਨੂੰ ਜੋਗੀ ਆਖਿਆ ਜਾਂਦਾ ਹੈ। ਰਹਾਓ ਜੋਗ ਨਾ ਬਾਹਰ ਮੜੀ ਮਸਾਣੀ, ਸ਼ਹਿਰੋਂ ਬਾਹਰ ਜਾ ਕੇ ਮੜੀਆਂ ਪਹਿਲੇ ਸਮੇਂ ਵਿੱਚ ਸ਼ਹਿਰੋਂ ਬਾਹਰ ਬਣੀਆਂ, ਹੁਣ ਸ਼ਹਿਰ ਵੱਡੇ ਹੋ ਗਿਆ, ਕੁਝ ਮੜੀਆਂ ਸ਼ਹਿਰ ਦੇ ਵਿੱਚ ਆ ਗਈਆਂ, ਪਰ ਲੋਕ ਬਾਹਰ ਬਣਾਉਂਦੇ ਸਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਜੋਗ ਨਾ ਬਾਹਰ ਮੜੀ ਮਸਾਣੀ, ਬਾਹਰ ਜਿਹੜੀਆਂ ਸ਼ਹਿਰੋਂ ਬਣੀਆਂ ਮੜੀਆਂ, ਉੱਥੇ ਜਾ ਕੇ ਬੈਠ ਗਿਆ, ਸਮਾਧੀ ਲਾ ਲਈ ਵੀ ਮੈਂ ਤੇ ਜੋਗੀ ਹਾਂ ਜੀ, ਇੱਥੇ ਮਨ ਜੋੜਿਆ ਹੋਇਆ। ਪਰ ਮਹਾਰਾਜ ਕਹਿਣ ਲੱਗੇ ਵੀ ਮੜੀਆਂ ਵਿੱਚ ਜਾ ਕੇ ਚੌਂਕੜਾ ਲਾ ਕੇ ਸਮਾਧੀ ਲਾਉਣ ਦੇ ਨਾਲ ਰੱਬ ਨਹੀਂ ਮਿਲਦਾ ਤੇ ਨਾ ਹੀ ਉੱਥੇ ਮਨ ਜੁੜਦਾ ਹੈ। ਇਹ ਤੇਰੇ ਮਨ ਦਾ ਭੁਲੇਖਾ ਹੈ। ਜੇ ਮੜੀਆਂ ਵਿੱਚ ਬੈਠਿਆਂ ਰੱਬ ਮਿਲੇ ਤੇ ਸਾਰੀ ਦੁਨੀਆ ਹੀ ਕਿਉਂ ਨਾ ਜਾ ਕੇ ਉੱਥੇ ਬਹਿ ਜਾਵੇ। ਮੜੀਆਂ ਵਿੱਚ ਬੈਠਿਆਂ ਰੱਬ ਨਹੀਂ ਮਿਲਦਾ ਹੈ। ਜੋਗ ਨਾ ਤਾੜੀ ਲਾਈਐ, ਗੁਰਮੁਖੋ ਤਾੜੀ ਕਹਿੰਦੇ ਸਮਾਧੀ ਨੂੰ ਜੋਗੀਆਂ ਦੀ ਭਾਸ਼ਾ ਵਿੱਚ। ਆਪਾਂ ਤੇ ਦੋ ਹੱਥਾਂ ਨੂੰ ਇੱਕ ਦੂਜੇ ਨਾਲ ਮਾਰੀਏ ਤੇ ਆਖਦੇ ਨਾ ਤਾੜੀ ਮਾਰੀ ਹੈ। ਜੋਗੀਆਂ ਦੀ ਭਾਸ਼ਾ ਵਿੱਚ ਤਾੜੀ ਕਿਹਾ ਜਾਂਦਾ ਸਮਾਧੀ ਨੂੰ। ਮਹਾਰਾਜ ਕਹਿਣ ਲੱਗੇ ਜੋਗ ਨਾ ਤਾੜੀ ਲਾਈਐ, ਇਕੱਲੇ ਅੱਖਾਂ ਬੰਦ ਕਰਕੇ ਬੈਠ ਗਿਆ। ਇਸ ਤਰ੍ਹਾਂ ਸਮਾਧੀ ਲਾਉਣ ਦੇ ਨਾਲ ਵੀ ਰੱਬ ਨਾਲ ਜੁੜਿਆ ਨਹੀਂ ਜਾਂਦਾ। ਤੈਨੂੰ ਕੀ ਪਤਾ ਵੀ ਅੱਖਾਂ ਬੰਦ ਦੇ ਵਿੱਚ ਉਹਦਾ ਕੀ ਵਿਚਾਰ ਚੱਲਦਾ ਪਿਆ, ਉਹਦਾ ਧਿਆਨ ਕਿੱਥੇ ਗਿਆ ਹੋਇਆ ਹੈ, ਉਹਦਾ ਮਨ ਕੀ ਸੋਚਦਾ ਪਿਆ। ਕਈ ਵਾਰੀ ਬੰਦੇ ਦੀਆਂ ਅੱਖਾਂ ਬੰਦ ਹੁੰਦੀਆਂ ਪਰ ਮਨ ਜਾਗਦਾ ਪਿਆ, ਮਨ ਵੇਖਦਾ ਪਿਆ ਵੀ ਕੀ ਹੋ ਰਿਹਾ, ਉੱਪਰੋਂ ਉੱਪਰੋਂ ਅੱਖਾਂ ਬੰਦ ਕਰਕੇ ਬੈਠਾ। ਸਤਿਗੁਰੂ ਕਹਿਣ ਲੱਗੇ ਅੱਖਾਂ ਬੰਦ ਕਰਨ ਦੇ ਨਾਲ, ਸਮਾਧੀ ਲਾਉਣ ਦੇ ਨਾਲ ਵੀ ਯੋਗੀ ਨਹੀਂ ਬਣਿਆ ਜਾਂਦਾ।
ਜੋਗੀ ਤੋਂ ਭਾਵ ਕਿ ਜੁੜਿਆ ਨਹੀਂ ਜਾਂਦਾ ਹੈ। ਜੋਗ ਨਾ ਦੇਸ ਦਸੰਤਰ ਭਵਿਆ। ਇੱਕ ਦੇਸ਼ ਦੀ ਯਾਤਰਾ ਕੀਤੀ, ਉਥੋਂ ਦਾ ਮਾਹੌਲ ਚਾਲ ਵੇਖਿਆ, ਵਾਤਾਵਰਨ ਵੇਖਿਆ, ਖਾਧਾ ਪੀਤਾ, ਫਿਰ ਦੂਜੇ ਦੇਸ਼ ਵਿੱਚ ਚਲਾ ਗਿਆ, ਤੀਜੇ ਦੇਸ਼ ਵਿੱਚ ਚਲਾ ਗਿਆ। ਜੋਗੀ ਬਣਨ ਦੇ ਨਾਲ, ਦੇਸਾਂ ਤੇ ਵਿਦੇਸ਼ਾਂ ਦੀ ਯਾਤਰਾ ਕਰਨ ਦੇ ਨਾਲ ਮਨ ਨਹੀਂ ਜੁੜਦਾ ਹੈ। ਵਿਦਵਾਨਾਂ ਦਾ ਕਥਨ ਹੈ ਵੀ ਸਭ ਤੋਂ ਜ਼ਿਆਦਾ ਯਾਤਰਾ ਇੱਕ ਸਾਧੂ ਕਰਦਾ ਹੈ, ਕਿਉਂਕਿ ਸਾਧੂ ਦਾ ਟਿਕਾਣਾ ਕੋਈ ਨਹੀਂ ਹੁੰਦਾ। ਉਹਨੇ ਕਿਹੜਾ ਪੱਕਾ ਘਰ ਪਾ ਕੇ ਬਹਿਣਾ। ਜਿੱਧਰ ਨੂੰ ਮਨ ਕੀਤਾ ਤੁਰ ਪਿਆ, 2-4 ਰਾਤਾਂ ਕਿਤੇ, 2-4 ਰਾਤਾਂ ਕਿਤੇ। ਸਭ ਤੋਂ ਜ਼ਿਆਦਾ ਯਾਤਰਾ ਇੱਕ ਘਰ ਪਰਿਵਾਰ ਤੋਂ ਬਾਹਰ ਰਹਿਣ ਵਾਲਾ ਜਿਹੜਾ ਵਿਹੰਗਮ ਸਾਧੂ ਹੈ ਨਾ, ਉਹ ਕਰਦਾ ਹੈ। ਮਹਾਰਾਜ ਕਹਿਣ ਲੱਗੇ ਜੋਗੀ ਬਣ ਗਿਆ, ਵਿਆਹ ਤੇ ਨਹੀਂ ਕਰਵਾਇਆ, ਪਰਿਵਾਰ ਹੈ ਨਹੀਂ, ਘਰ ਕੋਲ ਹੈ ਨਹੀਂ, ਅੱਜ ਇੱਥੇ ਹੈ, ਕੱਲ ਨੂੰ ਉੱਥੇ ਹੈ, ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਹੈ। ਪਰ ਜੋਗ ਨਾ ਦੇਸ ਦਸੰਤਰ ਭਵਿਆ। ਦੇਸ਼ ਦੀ ਯਾਤਰਾ ਕੀਤਿਆਂ, ਵਿਦੇਸ਼ ਦੀ ਯਾਤਰਾ ਕੀਤਿਆਂ, ਕਈਆਂ ਦੇਸ਼ਾਂ ਵਿੱਚ ਫਿਰਿਆ, ਮਨ ਨਹੀਂ ਜੁੜਦਾ ਹੈ। ਇਹ ਤੇਰੇ ਮਨ ਦਾ ਭਰਮ ਹੈ, ਇਸ ਤਰ੍ਹਾਂ ਨਹੀਂ ਸਮਾਧੀ ਲੱਗਦੀ ਹੈ। ਜੋਗ ਨਾ ਤੀਰਥ ਨਾਈਆ। ਜੇ ਗੁਰੂ ਦੀ ਸੇਵਾ ਨਹੀਂ ਕੀਤੀ ਹੈ ਤੇ ਕੱਲਾ ਤੀਰਥਾਂ ਤੇ ਜਾ ਕੇ ਟੁੱਬੀਆਂ ਲਾਉਂਦਾ ਰਿਹਾ, ਨਹਾਉਂਦਾ ਰਿਹਾ, ਤੇ ਕਹਿਣ ਲੱਗੇ ਵੀ ਨਹਾਤਿਆਂ ਵੀ, ਇਸ਼ਨਾਨ ਕੀਤਿਆਂ ਤੀਰਥਾਂ ਤੇ, ਤਾਂ ਵੀ ਨਹੀਂ ਜੁੜਿਆ ਜਾਂਦਾ ਹੈ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ, ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਕੇ ਤੇ ਰੋਜ਼ ਟੁੱਬੀਆਂ ਲਾ ਗੰਗਾ ਦੇ ਵਿੱਚ, ਪਰ ਇਸ ਤਰ੍ਹਾਂ ਕਰਨ ਦੇ ਨਾਲ ਵੀ ਮਨ ਨਹੀਂ ਧੋਤਾ ਜਾਂਦਾ, ਔਰ ਕਦੇ ਵੀ ਬੰਦੇ ਦਾ ਮਨ ਜੁੜਦਾ ਨਹੀਂ ਹੈ। ਅੰਜਨ ਮਾਹੇ ਨਿਰੰਜਨ ਰਈਆ। ਅੰਜਨ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਕਹੀਏ, ਉਸ ਮਾਇਆ ਤੋਂ ਨਿਰਲੇਪ ਰਹਿਣਾ ਕਰੀਏ। ਜੋਗ ਜੁਗਤ ਏਵ ਪਾਈਆ। ਇਸ ਤਰੀਕੇ ਦੇ ਨਾਲ ਜੁਗਤੀ ਕਰਕੇ ਉਸ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਸਤਿਗੁਰ ਭੇਟਾ ਤਾਂ ਸੈਸਾ ਟੂਟਾ। ਸਤਿਗੁਰੂ ਭੇਟਾ ਕਹੀਏ ਮਿਲਦੇ ਨੇ। ਜੋਗੀ ਨੇ ਪੁੱਛਿਆ ਨਾ ਮਹਾਰਾਜ ਫਿਰ ਆਪ ਜੀ ਦੱਸੋ, ਤੁਸੀਂ ਤੇ ਮੇਰਾ ਸਭ ਕੁਝ ਹੀ ਖੰਡਨ ਕਰ ਦਿੱਤਾ। ਤੁਸੀਂ ਤੇ ਨਾ ਮੁੰਦਰਾ ਪਸੰਦ ਕਰਦੇ, ਨਾ ਡੰਡਾ, ਨਾ ਸਵਾਹ, ਨਾ ਕੁਝ। ਤੁਸੀਂ ਤੇ ਆਖਿਆ ਵੀ ਸਭ ਕੁਝ ਪਖੰਡ ਹੈ। ਹੁਣ ਤੁਸੀਂ ਦੱਸੋ ਵੀ ਕਿਵੇਂ ਮਿਲੀਦਾ। ਮਹਾਰਾਜ ਕਹਿਣ ਲੱਗੇ ਸਤਿਗੁਰ ਭੇਟਾ। ਜੋਗੀ ਜੀ ਜੇ ਮਿਲ ਜਾਵੇ ਪੂਰਾ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ, ਤੇ ਸਹਿਸਾ ਟੂਟੈ। ਇਹਨਾਂ ਦੀ ਬਾਣੀ ਪੜ੍ਹ ਕੇ ਫਿਰ ਸਾਰੇ ਸ਼ੰਕੇ ਟੁੱਟ ਜਾਂਦੇ, ਭਰਮ ਭੁਲੇਖੇ ਰਹਿ ਨਹੀਂ ਜਾਂਦੇ। ਗੁਰੂ ਕਿਉਂ ਸਿੱਖੋ, ਆਪਾਂ ਸੰਗਤ ਵਿੱਚ ਬੈਠੇ ਆ ਨਾ, ਕਥਾ ਸੁਣਦੇ ਪਏ, ਬਚਨ ਸੁਣਦੇ ਪਏ, ਗਿਆਨ ਤੇ ਗੁਰੂ ਦਾ ਨਾ, ਪਰ ਇਹ ਗੁਰੂ ਦਾ ਗਿਆਨ ਸਾਡੇ ਮਨ ਦੇ ਸ਼ੰਕੇ ਦੂਰ ਕਰਦਾ ਪਿਆ, ਭਰਮ ਦੂਰ ਹੁੰਦੇ ਪਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸੰਸਾਰ ਟੁੱਟਦਾ ਹੈ। ਧਾਵਤ ਵਰਜ ਰਹਾਈਆ। ਜਿਹੜਾ ਮਨ ਦੌੜਦਾ ਪਿਆ ਨਾ, ਹਰ ਵੇਲੇ ਭੱਜਦਾ ਪਿਆ ਹੈ, ਇਹ ਦੌੜੇ ਹੋਏ ਮਨ ਨੂੰ ਇਸ ਤਰ੍ਹਾਂ ਵਰਜਿਆ ਜਾ ਸਕਦਾ। ਵਰਜਣ ਤੋਂ ਭਾਵ ਹੁੰਦਾ ਵੀ ਰੋਕਿਆ ਜਾ ਸਕਦਾ। ਇਹ ਜਿਹੜਾ ਮਨ ਦੌੜਦਾ ਪਿਆ ਹੈ, ਇਹਨੂੰ ਗੁਰੂ ਦੇ ਗਿਆਨ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਦੌੜੇ ਹੋਏ ਮਨ ਨੂੰ ਰੁਕਿਆ ਜਾਂਦਾ ਹੈ। ਨੇਚਰ ਝਰੇ ਸਹਿਜ ਧੁਨ ਲਾਗਾ, ਘਰ ਹੀ ਪਰਚਾ ਪਾਈਆ। ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦੇ ਉਪਦੇਸ਼ ਰੂਪੀ ਪਰਚੇ ਨੂੰ ਪ੍ਰਾਪਤ ਕਰੀਏ। ਤੇ ਮਹਾਰਾਜ ਕਹਿਣ ਲੱਗੇ ਨਿਜਰ ਝਰੈ। ਇਹ ਜਿਹੜਾ ਇੱਕ ਰਸ ਪਰਮਾਤਮਾ ਦੇ ਨਾਮ ਦਾ ਰਸ ਝਰਦਾ ਪਿਆ ਨਾ, ਉਹ ਪ੍ਰਾਪਤ ਹੁੰਦਾ ਹੈ। ਤੇ ਧੁਨ ਲਾਗੈ, ਧੁਨ ਕਹੀਏ ਫਿਰ ਧਿਆਨ ਜੁੜ ਜਾਂਦਾ ਉਹਦੇ ਨਾਮ ਦੇ ਵਿੱਚ, ਉਹਦੇ ਸਿਮਰਨ ਦੇ ਵਿੱਚ, ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਨੇਚਰ ਝਰੇ ਸਹਿਜ ਧੁਨ ਲਾਗਾ, ਘਰ ਹੀ ਪਰਚਾ ਪਾਈਆ। ਹਿਰਦੇ ਰੂਪੀ ਘਰ ਦੇ ਵਿੱਚ ਪ੍ਰੇਮ ਰੂਪੀ ਪਰਚਾ ਪਾਈਏ। ਪਹਿਲਾ ਬਚਨ ਇਹ ਸੀ ਵੀ ਉਪਦੇਸ਼ ਲਈਏ ਗੁਰੂ ਦੇ ਕੋਲੋਂ, ਉਪਦੇਸ਼ ਰੂਪੀ ਪਰਚਾ। ਦੂਜਾ ਅਰਥ ਬਖਸ਼ਿਸ਼ ਕਰਦੇ ਵੀ ਪ੍ਰੇਮ ਰੂਪੀ ਪਰਚਾ ਪਾਈਏ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਰੂਪੀ ਪਰਚੇ ਪਾ ਲਏ, ਨਿਚਰ ਝਰੈ, ਉਹਨਾਂ ਦੇ ਅੰਦਰ ਫਿਰ ਬ੍ਰਹਮਾਨੰਦ ਰੂਪੀ ਰਸ ਜਿਹੜਾ ਨਾ ਹਰ ਵੇਲੇ ਝਰਦਾ ਰਹਿੰਦਾ ਹੈ। ਆਪਾਂ ਬਚਨ ਪੜ੍ਹਦੇ ਨਾ, ਮਹਾਰਾਜ ਕਹਿਣ ਲੱਗੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਖੰਡ ਮਿਸ਼ਰੀ ਗੁੜ ਸ਼ੱਕਰ ਸਭ ਕੁਝ ਹੀ ਮਿੱਠਾ ਹੈ, ਪਰ ਪਰਮਾਤਮਾ ਦੇ ਨਾਮ ਦਾ ਜਦੋਂ ਰਸ ਝੜਨ ਲੱਗ ਪੈਂਦਾ ਨਾ, ਅੰਦਰ ਪੈਣ ਲੱਗ ਪੈਂਦਾ ਨਾਮ ਜਪਦਿਆਂ ਹੋਇਆਂ, ਇਹਦੇ ਵਰਗਾ ਰਸ ਕੋਈ ਦੁਨੀਆ ਦਾ ਦੂਜਾ ਹੈ ਹੀ ਨਹੀਂ। ਉਹਨਾਂ ਦੇ ਫਿਰ ਗਲੇ ਤੋਂ ਰਸ ਉਤਰਦਾ ਥੱਲੇ, ਜਿਹੜੇ ਨਾਮ ਜਪਦੇ ਨੇ। ਉਹ ਰਸ ਦਾ ਇੰਨਾ ਸਵਾਦ ਹੈ ਕਿ ਦੁਨੀਆ ਦੇ ਰਸ ਫਿੱਕੇ ਲੱਗਦੇ ਉੱਥੇ। ਫਿਰ ਖੰਡ ਵੀ ਇਸ ਤਰ੍ਹਾਂ, ਸ਼ੱਕਰ ਵੀ ਇਸ ਤਰ੍ਹਾਂ ਲੱਗਦੀ ਹੈ, ਮਿੱਠਾ ਹੈ ਹੀ ਨਹੀਂ, ਕਿਉਂਕਿ ਉਹ ਰਸ ਹੀ ਇੱਕ ਵੱਖਰਾ ਹੈ।
ਮਹਾਰਾਜ ਕਹਿਣ ਲੱਗੇ ਨਿਜਰ ਝਰੈ, ਉਹ ਜਿਹੜਾ ਰਸ ਹੈ ਨਾ ਫਿਰ ਲਗਾਤਾਰ ਹੀ ਝਰਦਾ ਰਹਿੰਦਾ, ਚੱਲਦਾ ਰਹਿੰਦਾ, ਅੰਦਰ ਡਿੱਗਦਾ ਰਹਿੰਦਾ, ਇੰਨਾ ਸਵਾਦ ਹੈ। ਸਹਿਜ ਧੁਨ ਲੱਗੈ, ਕਹਿਣ ਲੱਗੇ ਸਹਿਜੇ ਹੀ ਫਿਰ ਪਰਮਾਤਮਾ ਦੇ ਨਾਮ ਜਸ ਦੇ ਵਿੱਚ ਧੁਨ ਕਹੀਏ ਮਨ ਟਿਕ ਜਾਂਦਾ ਹੈ, ਸਮਾਧੀ ਧਿਆਨ ਟਿਕ ਜਾਂਦਾ ਹੈ, ਐਸੀ ਪ੍ਰਾਪਤੀ ਹੁੰਦੀ ਹੈ। ਅੰਜਨ ਮਾਹੇ ਨਰੰਜਨ ਰਈਆ, ਅੰਜਨ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਮਾਇਆ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਕਹੀਏ, ਅਸੰਗ ਰਹੀਏ, ਦੂਰ ਰਹਿਣਾ ਕਰੀਏ ਮਾਇਆ ਵਿੱਚ ਰਹਿੰਦਿਆਂ ਹੋਇਆਂ। ਜੋਗ ਜੁਗਤ ਪਾਈਐ, ਇਸ ਤਰੀਕੇ ਦੇ ਨਾਲ ਜੋਗੀ ਸਾਹਿਬ ਜੀ ਆ ਜੁਗਤੀ ਕਰੋ, ਆ ਤਰੀਕਾ ਅਪਣਾਓਗੇ ਤਾਂ ਤੁਸੀਂ ਪਰਮਾਤਮਾ ਨੂੰ ਪਾ ਸਕਦੇ ਹੋ। ਨਾਨਕ ਜੀਵਤਿਆਂ ਮਰ ਰਈਆ, ਨੇ ਆਖਿਆ ਮਹਾਰਾਜ ਹੋਰ ਵੀ ਕੁਝ ਦੱਸ ਦਿਓ ਕਿਰਪਾ ਕਰਕੇ, ਹੁਣ ਤੁਹਾਡੇ ਕੋਲ ਆ ਹੀ ਗਏ ਆ ਤੇ ਫਿਰ ਹੋਰ ਗਿਆਨ ਬਖਸ਼ੋ। ਅਗਲਾ ਬਚਨ ਕਰਦੇ ਨਾਨਕ ਜੀਵਤ ਅਮਰ ਰਹੀਐ, ਜਿਉਂਦਿਆਂ ਹੋਇਆਂ ਜੀਵਤ ਭਾਵ ਤੋਂ ਮਰ ਕੇ ਰਹਿਣਾ ਹੈ। ਜਿਵੇਂ ਸਾਡੀਆਂ ਜਿਉਂਦਿਆਂ ਦੀਆਂ ਇੱਛਾ ਹੁੰਦੀਆਂ ਨਾ, ਆ ਵੀ ਕਰ ਲਵਾਂ, ਆ ਵੀ ਬਣਾ ਲਵਾਂ, ਆ ਵੀ ਹੋ ਜਾਵੇ, ਇਹਨਾਂ ਇੱਛਾ ਨੂੰ ਮਾਰ ਲੈਣਾ ਹੈ। ਬਿਲਕੁਲ ਇੱਛਾ ਕੋਈ ਨਾ ਰਵੇ, ਜੋ ਪਰਮਾਤਮਾ ਦਿੰਦਾ ਪਿਆ ਉਹ ਠੀਕ ਹੈ, ਜਿਹੜਾ ਨਹੀਂ ਦਿੱਤਾ ਉਹ ਵੀ ਠੀਕ ਹੈ। ਸਾਡੀਆਂ ਇੱਛਾ ਨਹੀਂ ਮਰਦੀਆਂ, ਹਰ ਵੇਲੇ ਅਸੀਂ ਇੱਛਾ ਰੱਖਦੇ ਵੀ ਆ ਵੀ ਗੱਲ ਬਣ ਜਾਵੇ, ਆ ਵੀ ਕੰਮ ਹੋ ਜਾਵੇ। ਮਹਾਰਾਜ ਕਹਿਣ ਲੱਗੇ ਜੀਵਤਿਆਂ ਮਰ ਰਹੀ ਹੈ, ਜਿਉਂਦਿਆਂ ਹੋਇਆਂ ਆਪਣੇ ਆਪ ਨੂੰ ਮਾਰਨਾ ਕਦੇ ਨਹੀਂ ਹੈ। ਕੁਝ ਲੋਕ ਦੁਨੀਆ ਦੀ ਨਿੱਕੀ ਜਿਹੀ ਤਕਲੀਫ ਤੋਂ ਦੁਖੀ ਹੋ ਕੇ ਸੁਸਾਈਡ ਕਰ ਲੈਂਦੇ, ਮਰ ਜਾਂਦੇ, ਫਾਂਸੀ ਲਾ ਕੇ ਆਤਮ ਹੱਤਿਆ ਕਰ ਲੈਂਦੇ। ਆਤਮ ਹੱਤਿਆ ਕਰਨੀ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ, ਇਹਦੇ ਵਰਗਾ ਕੋਈ ਦੂਜਾ ਪਾਪ ਨਹੀਂ ਹੈ। ਸਭ ਤੋਂ ਵੱਡਾ ਪਾਪ ਗ੍ਰੰਥਾਂ ਵਿੱਚ ਜੋ ਲਿਖਿਆ ਹੈ, ਔਰ ਗੁਰੂ ਗ੍ਰੰਥ ਸਾਹਿਬ ਨੇ ਵੀ ਆਖਿਆ ਹੈ, ਆਤਮ ਘਾਤੀ ਹੈ ਜਗਤ ਕਸਾਈ। ਜਿਸ ਤਰ੍ਹਾਂ ਸਾਰੇ ਦੁਨੀਆ ਨੂੰ ਮਾਰਨ ਦਾ ਪਾਪ, ਇਸ ਤਰ੍ਹਾਂ ਆਪਣੇ ਆਪ ਨੂੰ ਮਾਰਨ ਦਾ ਪਾਪ ਹੈ। ਇੱਥੇ ਆਪਣੇ ਆਪ ਨੂੰ ਮਾਰਨ ਦੀ ਗੱਲ ਨਹੀਂ ਹੈ, ਜੀਵਤਿਆਂ ਮਰ ਰਹੀਏ, ਜਿਉਂਦੇ ਭਾਵ ਤੋਂ ਮਰਨਾ, ਇੱਛਾਵਾਂ ਖਤਮ ਕਰ ਦੇਣੀਆਂ, ਕਿਸੇ ਤਰ੍ਹਾਂ ਦਾ ਫੁਰਨਾ ਰਵੇ ਹੀ ਨਾ, ਸੰਕਲਪ ਰਵੇ ਹੀ ਨਾ, ਉਹਨਾਂ ਸੰਕਲਪਾਂ ਵਿਕਲਪਾਂ ਨੂੰ ਮਾਰ ਦੇਣਾ, ਇੱਛਾਵਾਂ ਤੋਂ ਰਹਿਤ ਹੋ ਜਾਣਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੇ ਮੈਨੂੰ ਪ੍ਰਸ਼ਾਦਾ ਦੇਤਾ ਇਹ ਵੀ ਪ੍ਰਮਾਤਮਾ ਤੇਰਾ ਹੁਕਮ ਹੈ, ਨਹੀਂ ਮਿਲਿਆ ਤੇ ਤਾਂ ਵੀ ਤੇਰਾ ਹੁਕਮ ਹੈ। ਇਸ ਤਰ੍ਹਾਂ ਇੱਛਾਵਾਂ ਮਾਰਨੀਆਂ, ਇਹਨੂੰ ਕਹਿੰਦੇ ਜੀਵਤ ਭਾਵ ਤੋਂ ਮਰਨਾ ਹੈ। ਐਸਾ ਜੋਗ ਕਮਾਈਐ, ਇਸ ਤਰ੍ਹਾਂ ਦੇ ਨਾਲ ਜੋਗ ਕਮਾਵੇਂਗਾ, ਜੁੜੇਗਾ ਤੇ ਤਾਂ ਪ੍ਰਮਾਤਮਾ ਮਿਲਦਾ ਹੈ। ਵਾਜੇ ਬਾਜੋ ਸਿੰਕੀ ਵਾਜੈ, ਗੁਰੂ ਪਾਤਸ਼ਾਹ ਕਹਿਣ ਲੱਗੇ ਸਿੰਗੀ ਵਾਜੈ। ਇਹ ਜਿਹੜਾ ਗੰਗਾ ਅੱਖਰ ਹੈ ਨਾ ਗੁਰਬਾਣੀ ਵਿੱਚ, 2-3 ਅੱਖਰ ਇਹੋ ਜਿਹੇ ਨੇ ਜਿਹੜੇ ਬੜਾ ਲੰਮਾ ਸਮਾਂ ਉਹਨਾਂ ਨੂੰ ਅਭਿਆਸ ਕਰੀਏ ਤੇ ਫਿਰ ਜਾ ਕੇ ਟਿਕਦੇ ਨੇ, ਫਿਰ ਪੱਕੇ ਹੁੰਦੇ। ਦੁਨੀਆ ਦੀ ਸਭ ਤੋਂ ਔਖੀ ਭਾਸ਼ਾ ਪੰਜਾਬੀ ਹੈ, ਕਿਉਂਕਿ ਇਹਦੇ ਜਿੰਨੇ ਅੱਖਰ ਕਿਸੇ ਵੀ ਭਾਸ਼ਾ ਵਿੱਚ ਨਹੀਂ ਹੈਗੇ। ਪਰ ਅਸੀਂ ਇਸ ਨੂੰ ਬੜਾ ਸੌਖਾ ਔਰ ਜਿਵੇਂ ਮਰਜ਼ੀ ਪੜ੍ਹੀ ਜਾਈਏ, ਬੋਲੀ ਜਾਈਏ, ਔਰ ਦੁਨੀਆ ਦੀ ਇੱਕ ਮੁਕੰਮਲ ਭਾਸ਼ਾ ਹੈ। ਕੋਈ ਵੀ ਸ਼ਬਦ ਲਿਖਣਾ ਹੈ ਤੁਹਾਨੂੰ ਸਾਰੇ ਅੱਖਰ ਬਰਾਬਰ ਔਰ ਪੂਰੇ ਮਿਲਣਗੇ। ਇਹਦੇ ਤੋਂ ਬਿਨਾਂ ਦੂਜੀ ਕੋਈ ਵੀ ਦੁਨੀਆ ਦੀ ਭਾਸ਼ਾ ਮੁਕੰਮਲ ਨਹੀਂ ਹੈ। ਅੱਧੇ ਅੱਖਰ ਇੱਧਰੋਂ ਲੈ ਲਓ, ਅੱਧੇ ਉੱਧਰੋਂ ਲੈ ਲਓ, ਇੱਕ ਦੂਜੇ ਨਾਲ ਜੋੜ ਘਟਾਓ ਕਰਕੇ ਤੇ ਫਿਰ ਜਾ ਕੇ ਕੋਈ ਲਫਾਜ਼ ਬਣਦਾ, ਕੋਈ ਸ਼ਬਦ ਬਣਦਾ। ਮਹਾਰਾਜ ਕਹਿਣ ਲੱਗੇ ਵਾਜੇ ਬਾਜੋਂ ਸਿੰਘੀ ਵਾਜੈ। ਸਿੰਘੀ ਇੱਕ ਵਾਜਾ ਹੈ ਜਿਹੜਾ ਸਿੰਘ ਤੋਂ ਬਣਿਆ ਹੋਇਆ। ਮਹਾਰਾਜ ਬਖਸ਼ਿਸ਼ ਕਰਦੇ, ਇਹ ਜਿਹੜੇ ਫਿਰ ਸਿੰਘੀਆਂ ਦੇ ਬਣੇ ਹੋਏ ਵਾਜੇ ਨਾ, ਵਜਾਉਣ ਦੀ ਲੋੜ ਨਹੀਂ, ਆਪੇ ਹੀ ਵੱਜਦੇ ਰਹਿੰਦੇ। ਆਪੇ ਕਿਵੇਂ ਵੱਜਦੇ? ਭਾਈ ਮਰਦਾਨਾ ਜੀ ਦੀ ਰਬਾਬ ਜਿਵੇਂ ਆਪੇ ਵੱਜਦੀ ਹੈ, ਆਪਣੇ ਆਪ ਹੀ ਵੱਜਣ ਲੱਗ ਪੈਂਦੀ ਜਦੋਂ ਬਾਣੀ ਆਉਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਆਹ ਸਿੰਘਾਂ ਦੇ ਵਾਜੇ ਵਜਾਉਣ ਦੀ ਲੋੜ ਨਹੀਂ, ਤੇਰੇ ਅੰਦਰ ਆਪੇ ਹੀ ਵਾਜੇ ਵੱਜਦੇ ਰਹਿਣਗੇ। ਵਾਜੇ ਅਨਹਦ ਤੂਰੇ ਬਚਨ ਪੜ੍ਹਦੇ ਹਨ, ਉਹ ਵਾਜੇ ਆਪਣੇ ਆਪ ਫਿਰ ਵੱਜਦੇ ਹਨ। ਤੋ ਨਿਰਭਉ ਪਦ ਪਾਈਐ, ਫਿਰ ਨਿਰਭੈ ਪਦਵੀ ਪ੍ਰਾਪਤ ਹੁੰਦੀ ਹੈ। ਨਿਰਭਉ ਪਦ ਉਹ ਪਰਮਾਤਮਾ ਦਾ ਹੀ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਾਜੇ ਹੈ ਬਾਜੋ ਸਿੰਘੀ ਵਾਜੈ। ਸਿੰਘੀ ਨਾਮ ਬਿਰਤੀ ਦਾ। ਬਿਰਤੀ ਕਿਹੜੀ ਹੈ? ਇੱਕ ਤੇ ਅਸੀਂ ਗੁਟਕਾ ਸਾਹਿਬ ਲੈ ਕੇ ਬੈਠੇ ਆ ਨਾ, ਵੀ ਹੁਣ ਸਾਡਾ ਧਿਆਨ ਜੁੜੇ, ਅਸੀਂ ਬਾਣੀ ਪੜ੍ਹੀਏ, ਪਰ ਫਿਰ ਵੀ ਧਿਆਨ ਨਹੀਂ ਜੁੜਦਾ ਔਰ ਬਾਣੀ ਪੜ੍ਹ ਨਹੀਂ ਪਾ ਰਹੇ। ਸਿਮਰਨ ਅਭਿਆਸ ਕਰਦਿਆਂ ਕਰਦਿਆਂ, ਭਜਨ ਕਰਦਿਆਂ ਕਰਦਿਆਂ, ਬੰਦਗੀ ਕਰਦਿਆਂ ਕਰਦਿਆਂ ਇੰਨਾ ਅਭਿਆਸ ਹੋ ਗਿਆ ਕਿ ਹੁਣ ਬਿਰਤੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ। ਬਿਰਤੀ ਭਜਨ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਜੇ ਬੈਠਿਆ ਤੇ ਤਾਂ ਵੀ ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਖੁਦਾ ਖੁਦਾ।
ਜੇ ਸੁੱਤਾ ਤੇ ਤਾਂ ਵੀ, ਜਾਗਦਾ ਤੇ ਤਾਂ ਵੀ, ਕੰਮ ਕਰਦਾ ਤੇ ਤਾਂ ਵੀ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਗੁਰਮੁਖਾਂ ਦਾ ਅਭਿਆਸ ਹੋ ਜਾਂਦਾ ਉਹਨਾਂ ਨੂੰ ਸਮਾਧੀ ਲਾਉਣ ਦੀ ਲੋੜ ਨਹੀਂ, ਉਹਨਾਂ ਨੂੰ ਧਿਆਨ ਲਾਉਣ ਦੀ ਲੋੜ ਨਹੀਂ। ਉਹਨਾਂ ਦੀ ਮੱਤ, ਉਹਨਾਂ ਦੀ ਹਰ ਵੇਲੇ ਪਰਮਾਤਮਾ ਦੇ ਭਜਨ ਵਿੱਚ ਹੀ ਰਹਿੰਦੀ ਹੈ। ਸੁੱਤੇ ਵੀ ਜਾਗਦੇ ਵੀ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੇ ਰਾਮ। ਇਸ ਤਰ੍ਹਾਂ ਉਹ ਗੁਰਮੁਖ ਜਿਹੜੇ ਨੇ ਉਹ ਬਿਨਾਂ ਬਿਰਤੀ ਲਾਉਣ ਤੋਂ ਵੀ ਉਹਨਾਂ ਦੀ ਬਿਰਤੀ ਆਪਣੇ ਆਪ ਹੀ ਭਜਨ ਵਿੱਚ ਲੱਗੀ ਰਹਿੰਦੀ ਹੈ। ਉਹ ਨਿਰਭੈ ਪਦਵੀ ਨੂੰ ਪਾਉਂਦੇ ਹਨ। ਅੰਜਨ ਮਾਹੇ ਨਰੰਜਨ ਰਈਆ, ਜੋਗ ਜੁਗ ਤਉ ਪਾਈਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਜਨ ਜੋ ਮਾਇਆ ਹੈ ਇਹਦੇ ਵਿੱਚ ਰਹਿੰਦਿਆਂ ਹੋਇਆਂ ਗੁਰਮੁਖ ਨਿਰੰਜਨ ਕਹੀਏ ਨਿਰਲੇਪ ਰਹਿੰਦੇ। ਪਦਾਰਥਾਂ ਵਿੱਚ ਰਹਿੰਦਿਆਂ, ਘਰ ਪਰਿਵਾਰ ਵਿੱਚ ਰਹਿੰਦਿਆਂ ਨਿਰਲੇਪ ਰਹਿੰਦੇ, ਡੁੱਬਦੇ ਨਹੀਂ, ਮੋਹ ਵਿੱਚ ਨਹੀਂ ਪੈਂਦੇ ਹਨ। ਤੇ ਪਾਤਸ਼ਾਹ ਕਹਿੰਦੇ ਜੋਗ ਜੁਗਤ ਤਉ ਪਾਈਐ। ਭਾਈ ਇਹ ਜੋਗਾ ਜੁਗਤੀ ਨੂੰ ਪਾਇਆ ਜਾ ਸਕਦਾ, ਤਾਂ ਇਸ ਯੋਗ ਦੁਆਰਾ ਪ੍ਰਮਾਤਮਾ ਨਾਲ ਜੁੜਿਆ ਜਾਂਦਾ ਹੈ, ਤਾਂ ਇਹ ਜੀਵ ਜੁੜਦਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਦਾ ਸਾਡੇ ਹਿਰਦੇ ਵਸੇ। ਭੁੱਲਾਂ ਦਾਸ ਦੀਆਂ ਮਾਫ ਕਰਨੀਆਂ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਨਾਨਕ ਜੀਵਤਿਆਂ ਮਰਈਆ, ਐਸਾ ਜੋਗ ਕਮਾਈਆ। ਵਾਜੇ ਬਾਜੋ ਸਿੰਘੀ ਵਾਜੈ, ਤੋ ਨਿਰਪਉ ਪਦ ਪਾਈਆ। ਨਾਨਕ ਮਾਹੇ ਨਰੰਜਨ ਰਈਆ, ਜੋਗ ਜੁਗਤ ਤਉ ਪਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ